विधाता, पूरह भाग गुर शब्द पछाता। जत पत सच सच्चा सच सोई, हाँ मैं मार मिलाएंदा। जिन तू जाता जाता कहने तेरा कीता जातो नहीं, मैं समझ नहीं सकिया, मैं उन्हें इवैल्यूएट नहीं कर पाया, मैं उन्हें पछाण नहीं पाया। कहते विधाता कहते ने डेस्टिनी लिखण वाले ਨੂੰ ਤੁਹਾਡੇ ਜਿਹੜੇ ਜੋ ਤੁਹਾਡਾ ਕੀ ਤੁਹਾਡੇ ਆਪਣੇ ਨਾ ਲੇਖ ਲਿਖੇ ਜਾਂਦੇ ਨੇ, ਜੋ ਡੈਸਟੀਨੀ ਲਿਖਦਾ ਨਾ ਉਹਨੂੰ ਵਿਧਾਤਾ ਕਹਿੰਦੇ ਪਏ ਨੇ। ਲੇਕਿਨ ਗੁਰੂ ਇੱਥੇ ਨਾਲ ਇੱਕ ਵਰਡ ਐਡ ਕਰਦੇ ਪਏ ਨੇ, ਕਰਮ ਵਿਧਾਤਾ। ਉਹ ਜਿਹੜੀ ਡੈਸਟੀਨੀ ਲਿਖਦਾ ਹੈ ਨਾ ਉਹ ਐਵੇਂ ਨਹੀਂ ਲਿਖ ਦਿੰਦਾ। ਅਸੀਂ ਕਈ ਵਾਰ ਗੱਲ ਕਰਦੇ ਹਾਂ ਕਿ ਬਈ ਜਿਹਨੂੰ ਰੱਬ ਨੂੰ ਭਾਉਂਦਾ ਹੈ, ਬਈ ਜਿਵੇਂ ਰੱਬ ਦਾ ਹੁਕਮ ਹੁੰਦਾ ਹੈ, ਲੇਕਿਨ ਗੁਰੂ ਇੱਥੇ ਬੜਾ ਸਪਸ਼ਟ ਕਰਦੇ ਪਏ ਨੇ ਕਿ ਉਹ ਕਰਮ ਵਿਧਾਤਾ ਹੈ। ਸਾਡੇ ਕੀਤੇ ਕਰਮਾਂ ਦੇ ਅਨੁਸਾਰ ਉਹ ਸਾਡੇ ਮੱਥੇ ਦੇ ਉੱਤੇ ਲੇਖ ਲਿਖਦਾ ਹੈ। ਇਟ ਇਜ਼ ਨਾਟ ਐਨੀ ਬੋਲੋ ਐਂਬੀਗਸ, ਕਿਸੇ ਨੂੰ ਕੁਝ ਲਿਖ ਦਿੱਤਾ, ਕਿਸੇ ਨੂੰ ਕੁਝ ਲਿਖ ਦਿੱਤਾ। ਅਸੀਂ ਕਈ ਵਾਰ ਗੱਲ ਕਰਨੇ ਪਏ ਕਿ ਬਈ ਜੋ ਮੈਂ ਕੀਆ ਸੋ ਮੈਂ ਪਾਇਆ, ਲੋੜੇ ਦਾਗ ਬਿਜੂਰੀਆ, ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ। ਤੋ ਅਸੀਂ ਪਹਿਲਾਂ ਪੇਪਰ ਅਸੀਂ ਲਿਖਨੇ ਆ, ਫਿਰ ਉਹਨਾਂ ਪੇਪਰਾਂ ਦੇ ਉੱਤੇ ਮਾਰਕਸ ਟੀਚਰ ਲਿਖਦੀ, ਔਰ ਜੋ ਮਾਰਕਸ ਟੀਚਰ ਲਿਖ ਦਿੰਦੀ ਹੈ ਨਾ, ਕਹਿੰਦਾ ਲੇਖ ਨਾ ਮਿਟੀ ਹੈ ਸਕੀ। हाँ, कि गुरु कहते ने भी वो कोट जन्म के पापा तेरे एक घड़ी में धोवे। रब किसी बंदिश का बंदिया होया नहीं है। रब जे फिर भी माफ करना चाहे, सानू ऐसे एग्जाम्पल्स गुरबाणी तो फिर मिल जाएंगे, भी पूतना दा कह लो या भी गनका दा कह लो। लेकिन जो वो करदा है ना, कहंदे जिन्ने तेनू पछाण लिता है ना, वो कहंदा भी वो पूरे भाग वो पछाणिया किवें में, कहंदे पूरे भाग गुर शब्द पछाता। पूरे भागां दे नाल भागीदारी आप वधानी पैंदी है। तो आई थिंक जिस अंदर ਅਸੀਂ जो रहने पे ना, जिस समाज ਵਿੱਚ ਸਾਡੇ ਕਈ ਦੋਸਤ ਯਾਰ ਐਸੇ ਨੇ ਜਿਹੜੇ ਜਦੋਂ ਕਿਸੇ ਵੱਖ-ਵੱਖ ਕੰਪਨੀਆਂ ਵਿੱਚ ਜੁੜੇ, ਉਹ ਉਹਨਾਂ ਨੂੰ ਨਾ ਉਹਨਾਂ ਨੂੰ ਕੁਝ ਸ਼ੇਅਰਸ ਦੇ ਦਿੰਦੇ ਨੇ। ਚਲੋ ਵੀ ਇਹ ਨਾਰਮਲੀ ਇੰਡੀਆ ਵਿੱਚ ਘੱਟ ਹੈ, ਬਾਹਰ ਦੇ ਦੇਸ਼ਾਂ ਵਿੱਚ ਕਾਫੀ ਸਾਡੇ ਨਾ ਜਿਹੜੇ ਉਹ EMPLOYEES ਹੁੰਦੇ ਨੇ ਨਾ, ਉਹਨਾਂ ਨੂੰ ਦੇ ਆਰ ਮੇਡ ਕੋ-ਓਨਰਸ। ਤੇ ਫਿਰ ਜਿਕਨ ਉਹ ਕੰਮ ਕਰਦੇ ਜਾਂਦੇ ਨੇ ਨਾ, ਅੱਛਾ ਕੰਮ ਕਰਦੇ ਨੇ, ਤੇ ਉਹਨਾਂ ਦੀ ਫਿਰ ਉਹਦੀ ਹੋਰ ਭਾਗੀਦਾਰੀ ਵੱਧਦੀ ਜਾਂਦੀ ਹੋ ਜਾਂਦੀ, ਦੇ ਬਿਕਮ ਸਟੇਕ ਹੋਲਡਰਸ ਇਨ ਦੀ ਕੰਪਨੀ ਆਲਸੋ। ਲੇਕਿਨ ਭਾਗ ਆਪ ਬਣਾਣੇ ਪੈਂਦੇ ਨੇ। ਵੀ ਉਹ ਇੱਕ ਸ਼ਬਦ ਸੀ ਨਾ, ਅੰਦੇ ਤੂੰ ਬੈਠਾ ਕੰਦੀ ਪਾਹੇ, ਜੇ ਹੋਵੀ ਪੂਰਬ ਲਿਖਿਆ ਤਾਂ ਗੁਰੂ ਕਾ ਸ਼ਬਦ ਕਮਾਏ। ਪੂਰਬ ਲਿਖਿਆ ਤੋਂ ਕੀ ਮਤਲਬ ਹੋਇਆ? ਜੇ ਹੁਣ ਜੇ ਸ਼ਬਦ ਨੂੰ ਕਮਾਣਾ ਹੈ, ਜੇ ਕਿਸੇ ਚੀਜ਼ ਨੂੰ ਰਿਜ਼ੋਲਵ ਕਰਨਾ ਹੈ, ਉਹਦੇ ਬਾਰੇ ਪਹਿਲਾਂ ਪੜ੍ਹਿਆ ਲਿਖਿਆ, ਇਹਦੇ ਰਿਜ਼ੋਲਵ ਕਿਵੇਂ ਕਰੋਗੇ? ਔਖੇ ਸਵਾਲ ਤੇ ਆਣਗੇ। ਜੇ ਜਦੋਂ ਆਇਆ, ਜੇ ਕੋਈ ਡੈਰੀਵੇਸ਼ਨ ਦਾ ਸਵਾਲ ਆ ਗਿਆ, ਕੋਈ ਇੰਟੀਗ੍ਰੇਸ਼ਨ ਦਾ ਸਵਾਲ ਆ ਗਿਆ, ਜੇ ਪਹਿਲਾਂ ਪੂਰਬ ਲਿਖੇ ਵਿੱਚ ਜੇ ਤੂੰ ਉਹ ਟੀਚਰ ਕੋਲੋਂ ਗੱਲ ਸੁਣਨੀ, ਸਮਝੀ, ਮਿਹਨਤ ਕੀਤੀ, ਉਹਦੇ ਤੇ ਪ੍ਰੈਕਟਿਸ ਕੀਤੀ ਹੋਈ ਹੋਏਗੀ, ਜਦੋਂ ਸਵਾਲ ਤੇਰੇ ਸਾਹਮਣੇ ਆਏਗਾ, ਜੇ ਤੂੰ ਪੂਰਬਲੇ ਕਰਮ ਅੱਛੇ ਲਿਖੇ ਨੇ, ਤੂੰ ਗੁਰੂ ਕੋਲ ਜਾਂਦਾ ਰਿਹਾ, ਤੂੰ ਮਿਹਨਤ ਕਰਦਾ ਰਿਹਾ, ਵੀ ਉਹ ਜਿਹੜਾ ਸ਼ਰਮ ਖੰਡ ਤੋਂ ਬਾਅਦ ਹੀ ਕਰਮ ਖੰਡ ਆਣਾ ਹੈ ਨਾ। ਮਿਹਨਤ ਕੀਤੀ, ਸ਼ਰਮ ਖੰਡ, ਸ਼ਰਮ ਮਿਹਨਤ ਕਰਨੀ, ਸ਼ਰਮ ਕੀਤੀ ਸੀ, ਤੂੰ ਆਪਣੇ ਭਾਗ ਆਪ ਬਣਾਏ ਨੇ, ਤੂੰ ਆਪ ਮਿਹਨਤ ਕੀਤੀ। ਜੇ ਹੋਈ ਪੂਰਬ ਲਿਖਿਆ, ਤੂੰ ਪਹਿਲਾਂ ਲਿਖੇ ਸਨ, ਤੂੰ ਆਪਣੇ ਅੱਛੇ ਭਾਗ ਲਿਖ ਕੇ ਆਇਆ। ਕਹਿੰਦੇ ਵੀ ਪੂਰੇ ਭਾਗ ਉਹਨੇ ਆਪਣੇ ਭਾਗ ਵੱਡੇ ਬਣਾਏ। ਉਹ ਅੱਛਾ, ਜੇ ਅਸੀਂ ਕਹੀਏ ਕਿ ਵੀ ਕਿਸੇ ਇੱਕ ਤਾਮਿਲ ਬੰਦੇ ਨੂੰ ਗੁਰਬਾਣੀ ਸੁਣਾ ਦੂੰ, ਕੁਝ ਪੱਲੇ ਪਏਗਾ? ਨਹੀਂ ਪੈਣ ਵਾਲਾ। ਐਸੀ ਐ ਨਹੀਂ ਕਰੀ ਕਿ ਰੱਬੀ ਸਿਧਾਂਤ ਦੀ ਉਹਨੂੰ ਜਾਣਕਾਰੀ ਨਹੀਂ ਹੋ ਸਕਦੀ, ਬਿਲਕੁਲ ਹੋ ਸਕਦੀ। ਲੇਕਿਨ ਜੇ ਪੰਜਾਬੀ ਪੜ੍ਹੀ ਹੋਵੇ, ਗੁਰਬਾਣੀ ਵਿੱਚ ਆਉਣ ਵਾਲੇ ਗ੍ਰਾਮਰ ਦਾ ਪਹਿਲਾਂ ਤੋਂ ਅਭਿਆਸ ਕੀਤਾ ਹੋਵੇ, ਬਚਪਨ ਤੋਂ ਸ਼ਬਦ ਸੁਣਨੇ ਹੋਣ, ਨਾਲ ਰਲਦੇ ਜੁਲਦੇ ਸ਼ਬਦ ਬੰਦਾ ਐਨਾਲਾਈਜ਼, ਉਹਨੂੰ ਐਨਾਲਿਟਿਕਲੀ ਉਹਨੂੰ ਪਾ ਕੇ ਦੇਖ ਸਕਦਾ ਹੋਵੇ, ਇਹ ਸਾਡੇ ਪੂਰਬਲੇ ਹੋ ਜਾਣਗੇ ਕਰਮ। ਤੇ ਜਦੋਂ ਫਿਰ ਉਹ ਕਹਿੰਦੇ ਫਿਰ ਗੁਰੂ ਸ਼ਬਦ ਦੇ ਰਾਹੀਂ ਰੱਬ ਨੂੰ ਪਛਾਣਿਆ ਜਾ ਸਕਦਾ। ਉਹ ਰੱਬ ਕਿਹੜਾ? ਕਹਿੰਦਾ ਜੋ ਕਰਮ ਵਿਧਾਤਾ ਹੈ, ਜੋ ਡੈਸਟੀਨੀ ਤੇ ਲਿਖਦਾ ਸਾਡੀ, ਲੇਕਿਨ ਉਹ ਲਿਖਦਾ ਸਾਡੇ ਕੀਤੇ ਹੋਏ ਕਰਮਾਂ ਦੇ ਆਧਾਰ ਦੇ ਉੱਤੇ। ਜਤ ਪਤ ਸੱਚ ਸੱਚਾ, ਇੱਕੋ ਸ਼ਬਦ ਆਂਦਾ, ਕਹਿੰਦਾ ਹਮਰੀ ਜਾਤ ਪਾਤ ਗੁਰ ਸਤਗੁਰ, ਹਮ ਵੇਚਿਓ ਸਿਰ ਗੁਰ ਪੈ। ਤੇ ਤੇਰੀ ਜਾਤ ਕੀ ਹੈ? ਮੈਂ, ਮੇਰੇ ਜਾਤ ਹੀ ਗੁਰੂ ਹੈ। ਕਹਿੰਦਾ ਕਬੀਰਾ ਤੂੰ, ਕਬੀਰ ਤੂੰ, ਤੇਰੋ ਨਾਮ ਕਬੀਰ। ਮੈਂ ਕੁਝ ਹੈ ਹੀ ਨਹੀਂ। ਮੇਰੀ ਜਾਤ ਪਾਤ ਕੀ? ਹਮਰੀ ਜਾਤ ਪਾਤ ਗੁਰ ਸਤਗੁਰ। ਮੈਂ ਜਦੋਂ ਆਪਣਾ ਸਿਰ ਵੇਚ ਹੀ ਦਿੱਤਾ, ਮੈਂ ਅਸੀਂ ਕਹਿੰਦਾ ਪਿਤਾ ਜਾਤ ਤਬ ਹੋਈ ਹੈ, ਗੁਰ ਪੁੱਠਾ ਕਰੇ ਪਸਾਓ। ਪਿਤਾ ਜਾਤ ਦਾ ਹੋ ਜਾਣਾ। ਇੱਥੇ ਕਹਿੰਦੇ ਨੇ ਵੀ ਜਤ ਪਤ ਸੱਚ ਸੱਚਾ। ਉਹ ਮੇਰੀ ਜਤ ਪਤ ਕੀ ਹੈ? ਮੇਰੀ ਜਾਤ ਪਾਤ ਕੀ ਹੈ? ਵੀ ਜੋ ਪਰਮਾਤਮਾ ਦੀ ਜਾਤ ਹੈ ਨਾ, ਮੇਰੀ ਉਹੀ ਜਾਤ। ਮੈਂ ਕੋਈ ਆਪਣੀ ਕੋਈ ਵੱਖਰੀ ਹੋਂਦ ਲੈ ਕੇ ਨਹੀਂ ਬੈਠਿਆ ਹੋਇਆ। ਜਤ ਪਤ ਸੱਚ ਸੱਚਾ
सच्चा सच सोए, ਉਹ ਕੇਵਲ ਨਿਰੋਲ ਉਹ ਪਰਮਾਤ ਅਸੀਂ ਕਹਿੰਦੇ ਵੀ ਉਹ ਕੀਰਤਨ ਨਾਮ ਜਪੇ ਤੇਰਾ ਤੇਰਾ ਜੇਬਾ, ਸੱਚ ਨਾਮ ਤੇਰਾ ਪਰਾਪੂਰਬਲਾ। ਰੱਬ ਦੇ ਹੋਰ ਨਾਮ ਸ਼ਾਇਦ ਬਦਲੀ ਵੀ ਹੋ ਜਾਣਗੇ, ਜਿਨ੍ਹਾਂ ਨਾਮ ਦੇ ਨਾਲ ਅਸੀਂ ਸੰਬੋਧਨ ਕਰਨੇ ਪੈਣਾ। ਜਦੋਂ ਅਸੀਂ ਕਹਿੰਦੇ ਬਈ ਕੀਰਤਨ ਨਾਮ ਤੋਂ ਪਾਓ ਤੇਰੇ ਕੀਤੇ ਹੋਏ ਕੰਮਾਂ ਦੇ ਅਨੁਸਾਰ ਜੋ ਤੇਰੇ ਨਾਮ ਰੱਖੇ ਭਗਤਾਂ ਨੇ, ਤੇਰੇ ਵਿੱਚ ਜੋ ਗੁਣ ਦੇਖੇ, ਉਹਨਾਂ ਨੇ ਦੇਖਿਆ ਕਿ ਤੂੰ ਦਿਆਲੂ ਹੈ। ਹੁਣ ਸਾਨੂੰ ਆ ਗਿਆ ਦਇਆਪਤ ਦਾਤਾ। ਜਦੋਂ ਸ੍ਰਿਸ਼ਟੀ ਨਹੀਂ ਸੀ ਉਦੋਂ ਕੌਣ ਦਇਆ ਵਾਲਾ ਐਸਪੈਕਟ ਹੀ ਕਿੱਥੇ ਸੀ? ਲੇਕਿਨ ਰੱਬ ਦਾ ਸਤ ਸਰੂਪ ਹਮੇਸ਼ਾ ਕਾਇਮ ਰਹੇਗਾ। ਰੱਬ ਕਹਿੰਦੇ ਸਤ ਨਾਮ ਤੇਰਾ ਪਰਾਪੂਰਬਲਾ। ਹੋ ਸਕਦਾ ਅੱਜ ਜਿਤਨੇ ਵੀ ਧਰਨੀ ਧਰ, ਜੇ ਧਰਤੀ ਨਹੀਂ ਸੀ ਤਾਂ ਧਰਨੀ ਧਰ ਕਿੱਥੋਂ ਨਾਮ ਆ ਜਾਏਗਾ ਉਹਦਾ? ਧਰਤੀ ਨਹੀਂ ਹੈ, ਲੇਕਿਨ ਸਤ ਜਿਹੜਾ ਨਾਮ ਹੈ ਨਾ ਉਹਦਾ, ਉਹ ਕਿਉਂਕਿ ਰੱਬ ਸਤ ਸਰੂਪ ਹੈ। ਉਹ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਹਿੰਦਾ ਸੱਚ ਸੋਏ, ਕਹਿੰਦਾ ਦਿਨ ਰਾਤ ਚੱਲੇ, ਨਿਸ ਸੱਸ ਚੱਲੇ, ਤਾਰਕਾ ਲੱਖ ਪਲੋਏ। ਲੱਖਾਂ ਹੀ ਤਾਰ ਖਤਮ ਹੋ ਜਾਣਗੇ, ਕਹਿੰਦਾ ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਕੋਏ। ਨਾਨਕ ਜੀ ਤੁਹਾਨੂੰ ਸੱਚ ਦੀ ਇੱਕ ਗੱਲ ਕਹਿੰਦੇ ਪਏ ਨੇ ਕਿ ਸਾਰੀ ਸ੍ਰਿਸ਼ਟੀ ਉਹ ਇੱਕ ਸਤੇ ਹੋਇਓ ਅਨੰਤਾ, ਇੱਕ ਸਮਾਏ ਸਮਾਵੇ। ਇੱਕ ਰੱਬ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ, ਲੇਕਿਨ ਰੱਬ ਆਪਣੇ ਮੂਲ ਸਰੂਪ ਵਿੱਚ, ਅਸੀਂ ਜਿਹਨੂੰ ਨਿਰਗੁਣ ਸਰੂਪ ਕਹਿ ਲਈਏ, ਜਿਹਦੇ ਵਿੱਚ ਰੂਪ ਨਾ ਰੇਖ ਨਾ ਰੰਗ ਕਿਛ ਹੈ, ਉਹਦੇ ਵਿੱਚ ਉਹ ਰੱਬ ਜਿਹੜਾ ਨਾ ਉਹ ਜਦੋਂ ਸਰਗੁਣ ਸਰੂਪ ਵਿੱਚ ਹੋ ਜਾਂਦਾ ਹੈ, ਫਿਰ ਉਹ ਜਦ ਸਰਗੁਣ ਸਰੂਪ ਵਿੱਚ ਹੁੰਦਿਆਂ ਹੋਇਆਂ ਉਹ ਸਰਗੁਣ ਤੇ ਨਿਰਗੁਣ ਦੋਨੋਂ ਸਰੂਪਾਂ ਵਿੱਚ ਹੈ। ਰੱਬੀ ਹੋਂਦ ਤੇ ਫਿਰ ਵੀ ਬਰਕਰਾਰ ਹੈ, ਲੇਕਿਨ ਸਰਗੁਣ ਸਰੂਪ ਉਹਦਾ ਮੌਲਿਕ ਸਰੂਪ ਨਹੀਂ ਹੈ। ਉਹਦਾ ਮੌਲਿਕ ਸਰੂਪ ਜਿਹੜਾ ਉਹ ਨਿਰਗੁਣ ਸਰੂਪ ਹੈ। ਜੇ ਸ੍ਰਿਸ਼ਟੀ ਨਹੀਂ, ਇੱਥੇ ਤੱਕ ਨੇ ਵੀ ਸੱਚ ਸੋਏ, ਕੇਵਲ ਉਹ ਹੀ ਹੈ ਜੋ ਹਮੇਸ਼ਾ ਸੱਤ ਜਿਹੜਾ ਹੈ ਨਾ ਉਹ ਹਮੇਸ਼ਾ ਉਹ ਟਿਕਿਆ ਰਹੇਗਾ। ਵੀ ਉਹ ਕਹਿੰਦਾ ਹਉਮੈ ਮਾਰ ਮਿਲਾਏਂਦਾ, ਉਹ ਤੁਹਾਡੇ ਨਾਲ, ਉਹ ਤੁਹਾਨੂੰ ਮਿਲਾਂਦਾ ਕਿਵੇਂ ਆਪਣੇ ਨਾਲ? ਅਸੀਂ ਕਹਿੰਦਾ ਅਸੀਂ ਵਿਛੜੇ ਹੋਏ ਹਾਂ, ਵੀ ਕਈ ਜਨਮ ਵਿਛੜੇ ਥੇ ਮਾਧੋ। ਉਹ ਮਿਲਾਂਦਾ ਕਿਵੇਂ ਸਾਨੂੰ? ਕਹਿੰਦਾ ਗੁਰੂ ਦੇ ਸ਼ਬਦ ਦੀ ਪਛਾਣ ਦੇ ਕੇ। ਹਉਮੈ ਤੁਹਾਡੇ ਅੰਦਰੋਂ ਹਉਮੈ ਨੂੰ ਮਾਰ ਕੇ, ਹਉਮੈ ਮਾਰ, ਜਿੱਥੇ ਸ਼ਬਦ ਆ ਜਾਏਗਾ ਨਾ ਉੱਥੇ ਹਉਮੈ ਟਿਕੇਗੀ ਨਹੀਂ। ਹਉਮੈ ਨਾਵੇ ਨਾਲ ਵਿਰੋਧ ਹੈ। ਜਿੱਥੋਂ ਹਉਮੈ ਚਲੇ, ਕਹਿੰਦਾ ਹਉਮੈ ਨੂੰ ਮਿਟਾ ਕੇ ਤੁਹਾਡੇ ਅੰਦਰੋਂ ਉਹ ਤੁਹਾਨੂੰ ਆਪਣੇ ਆਪ ਦੇ ਨਾਲ ਉਹ ਮਿਲਾ ਲੈਂਦਾ। ਹਾਂਜੀ ਹਾਂਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਬਹੁਤ ਸੋਹਣੇ ਵਿਚਾਰ ਵੀਰ ਜੀ ਨੇ ਦਿੱਤੇ ਕਿ ਜਿਹੜਾ ਕਰਮ ਦੀ ਗੱਲ ਹੈ ਤੇ ਗੁਰਬਾਣੀ ਵਿੱਚ ਅਟਲ ਹੈ ਕਿ ਬਿਲਕੁਲ ਮਨੁੱਖ ਦੇ ਮਨੁੱਖ ਕਰਮ ਜੋਨੀ ਹੀ ਹੈ। ਐਕਚੁਅਲੀ ਬਾਕੀ ਜਿੰਨੀਆਂ ਜੂਨਾਂ ਨੇ ਹੈ ਸਾਰੀਆਂ ਉਹ ਜੂਨਾਂ ਹੀ ਨੇ। ਮਨੁੱਖ ਵੀ ਇੱਕ ਜੂਨੀ ਹੈ ਔਰ ਬਾਕੀ ਜੂਨਾਂ ਵੀ ਜੂਨਾਂ ਨੇ, ਲੇਕਿਨ ਮਨੁੱਖ ਇੱਕ ਕਰਮ ਜੋਨੀ ਹੈ। ਔਰ ਕਰਮ ਜੋਨੀ ਜਿਹੜੀ ਹੈ ਇਤਨਾ ਕਿ ਇਹਦੇ ਚ ਕਰਮ ਬਲਵਾਨ ਹੈ ਕਿ ਗੁਰੂ ਸਾਹਿਬ ਵੀ ਕਹਿੰਦੇ ਨੇ ਵੀ ਪੂਰਬਲੋ ਕ੍ਰਿਤ ਕਰਮ ਨਾ ਮਿਟੇ ਦੀ ਘਨ ਗੇਹਨ, ਤਾਂਚੇ ਮੋਹਿ ਜਾਪੀਲੇ ਰਾਮ ਚ ਨਾਮੰਗ। ਕਿ ਜਦੋਂ ਤੂੰ ਕਰਮ ਕਰ ਲਿਆ, ਹੁਣ ਤੇਰਾ ਨਹੀਂ ਮਿਟਣਾ, ਉਹ ਤੇਰੇ ਮੱਥੇ ਤੇ ਲਿਖਿਆ ਗਿਆ। ਹੁਣ ਤੇ ਸਿਰਫ ਤੂੰ ਇਹ ਰੱਬ ਨੂੰ ਧਿਆ, ਇਸ ਢੰਗ ਨਾਲ ਧਿਆ ਵੀ ਉਹ ਕਰਮਾਂ ਦਾ ਫਲ ਜਿਸ ਵੇਲੇ ਤੈਨੂੰ ਮਿਲੇ ਤੂੰ ਉਹਨੂੰ ਸਹਿ ਸਕੇ। ਪੂਰਬਲੋ ਕ੍ਰਿਤ ਕਰਮ ਨਾ ਮਿਟੇ ਦੀ ਘਰ ਗੇਹਨ, ਤਾਂਚੇ ਮੋਹਿ ਜਾਪੀਲੇ ਰਾਮ ਚ ਨਾਮੰਗ। ਵੀ ਉਹ ਫਿਰ ਰਾਮ ਨਾਮ ਦਾ ਭਾਵ ਹੈ ਕਿ ਉੱਥੇ ਫਿਰ ਤੂੰ ਸ਼ਕਤੀ ਹੁਣ ਹਾਜ਼ਰ ਕਰ, ਕਿਉਂਕਿ ਕਰਮ ਮਨੁੱਖ ਦੇ ਇਤਨੇ ਬਲਵਾਨ ਨੇ। ਗੁਰੂ ਸਾਹਿਬ ਨੇ ਕਿਹਾ ਵੀ ਦੱਦਾ ਦੋਸ਼ ਨਾ ਦਿਓ ਕਿਸੇ ਤੇ ਕਿਰਤ ਕਰਮ ਕੇ ਵਿਛੜੇ। ਵੀ ਉਹ ਜਿਹੜੇ ਕਰਮ ਆਪਾਂ ਕਰਦੇ ਆ ਉਹਨਾਂ ਕਰਕੇ ਹੀ ਸਾਡਾ ਵਿਛੋੜਾ ਹੁੰਦਾ ਹੈ, ਕਿਉਂਕਿ ਕਰਮ ਜਿਹੜਾ ਆਪਾਂ ਕਰਦੇ ਆ ਮਾਇਆ ਸਰੂਪ ਸੰਸਾਰ। ਔਰ ਇਹਦੇ ਵਿੱਚ ਆਪਾਂ ਜਿਹੜੇ ਕਰਮ ਕਰਦੇ ਆ, ਪਰ ਇਹਦੇ ਚ ਕਿਧਰੇ ਨਾ ਕਿਧਰੇ ਸਾਡਾ ਕਰਮ ਕਰਦਿਆਂ ਹੋਇਆਂ ਅਸੀਂ ਨਿਸ਼ਕਰਮ ਨਹੀਂ ਹੁੰਦੇ। ਕਰਮਾਂ ਦੇ ਬੰਧਨ ਵਿੱਚ ਮਨੁੱਖ, ਹਰ ਇੱਕ ਮਨੁੱਖ ਕਰਮਾਂ ਦੇ ਬੰਧਨ ਵਿੱਚ, ਪਰ ਜੇ ਕਿਧਰੇ ਉਹ ਕਰਮ ਕਰਤ ਹੋਵੇ ਨਿਸ਼ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ। ਪਰ ਉਹ ਬਹੁਤ ਉੱਚੀ ਅਵਸਥਾ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਉਸ ਵੇਲੇ ਉਸ ਨੂੰ ਪਰਮਾਤਮਾ ਤੋਂ ਸਵੈ ਕੁਝ ਨਜ਼ਰ ਹੀ ਨਹੀਂ ਆਉਂਦਾ, ਜਿਸ ਵੇਲੇ ਉਹ ਕਰਮਾਂ ਦੇ ਬੰਧਨ ਤੋਂ ਮੁਕਤ ਹੋ ਜਾਏਗਾ। ਤੋ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਵੀ ਭਾਈ ਤੂੰ ਕਰਮਾਂ ਦਾ ਹੀ ਮਨੁੱਖ ਹੈ, ਕਰਮਾਂ ਦਾ ਹੀ ਜੀਵ ਹੈ। ਉਸ ਲੈਵਲ ਤੇ ਪਰਮੇਸ਼ਰ ਆਪ ਕਿਰਪਾ ਕਰਕੇ ਤੈਨੂੰ ਕਰਮ ਮੁਕਤ ਕਰ ਦੇ। ਉਹ ਉਹਦੀ ਆਪਣੀ ਕਿਰਪਾ ਹੈ। ਮਨੁੱਖ ਆਪਣੀ ਮਰਜ਼ੀ ਦੇ ਨਾਲ ਕਰਮ ਤੋਂ ਮੁਕਤ ਨਹੀਂ ਹੋ ਸਕਦਾ। ਔਰ ਜਿਤਨਾ ਮਰਜ਼ੀ ਕੋਸ਼ਿਸ਼ ਕਰੇ, ਪਰ ਉਹ ਆਪਣੀ ਮਰਜ਼ੀ ਨਾਲ ਕਰਮ ਤੋਂ ਮੁਕਤ ਨਹੀਂ ਹੋ ਸਕਦਾ। ਉਹ ਪਰਮੇਸ਼ਰ ਦੀ ਕਿਰਪਾ ਨਾਲ ਹੁੰਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਤੂੰ ਕਰਮਾਂ ਪ੍ਰਤੀ ਪੂਰਨ ਰੂਪੇ ਸੁਚੇਤ ਰਹੋ। ਔਰ ਇਹ ਜਿਹੜੇ ਇਸ ਨੂੰ ਹੀ ਗੁਰੂ ਸਾਹਿਬ ਨੇ ਕਈ ਜਗ੍ਹਾ
इस गल नूं बड़े सख्त शब्दां विच बयान कीता है कि आवो मिलो सहेलियो सचड़ा नाम ले हाँ, रोवे बिरहा तन का अपना साहिब संभाले हाँ। साहिब संभाले पंथ निहाले, असां भी उत्थे जाना। जो तिन कर पाया सो, इदे अगला शब्द एक तुक मैं भुल गया, उस तो अगली तुक के जो तिन कर पाया सो अगे आया, असी के हुक्म करे हाँ। कि जो मनुख ने कर लिया, गुरु साहब कहते ने हुण ओनू भुगतना ही पैना है। जो तिन कर पाया सो अगे आया, असी के हुक्म करे हाँ। मैं हुण की हुक्म कर सकदा, क्योंकि कर्म दा फल ते परमात्मा ने देना है, मालिक ने देना है, और ਉਹੀ कर सकता है जो कर सकता है। ਇਹਦੇ ਵਿੱਚ फिर मैं नहीं कर सकता। गुरु साहब कहते ने कि जो तिन कर पाया सो अगे आया, असी के हुक्म करे हाँ। आवो मिलो सहेलियो सचड़ा नाम ले हाँ। कि तू इस ढंग नाल परमात्मा का नाम लै कि हुण ਜਿਹੜੇ कर्म तेरे ਕੋਲੋਂ हो चुके ने ਉਹਨਾਂ ਦਾ फल ਉਹ ਤੈਨੂੰ ਦੇਗਾ ਹੀ ਦੇਗਾ। ਉਹਦੀ ਮਰਜ਼ੀ ਮਾਫ कर दे, पर तू हुण उसका पल्ला फड़ के बह जा। तू नहीं उसका पल्ला छड़ना, क्योंकि मालिक सारे संसार दा, और फिर जो वो करेगा वो बहुत सोहना करेगा। सतनाम तेरा पूरा परा पुरबला। दूसरी विचार गुरु वीर जी ने दी सी कि कीर्तम नाम कथे तेरे जिहवा, सतनाम तेरा परा पुरबला। कि सतनाम तेरा शुरू तो है, क्यों तू ही सत है, और जो ये सारा नजर आंदा है संसार, ये सत हुंदियां होया भी झूठ है। ਇਹਦੇ ਵਿੱਚ ਉਹ ਵੀ ਇਹਦੇ ਵਿੱਚ ਹੀ ਸਮਾਇਆ ਹੋਇਆ ਹੈ। पर क्योंकि ਉਹਦੀ ਇੱਕ ਰਚਨਾ ਐਸੀ ਹੈ, ਮਾਇਆ ਦਾ ਜਾਲ ਉਸਨੇ ਸਾਰ ਸਿਰੇ ਪਾਇਆ ਹੋਇਆ ਹੈ, और इस माया ਦੇ ਵਿੱਚ ਉਹ ਛੁਪ ਕੇ ਬੈਠਾ ਹੈ। ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵਖ ਅਕੇਲਾ। ਉਹ ਇਹਦੇ ਵਿੱਚ ਵੀ ਹੈ, ਪਰ ਇਸ ਤੋਂ ਬਾਹਰ ਵੀ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਜਿਹੜਾ ਹੈ ਉਹ 24 ਆਵਰ ਬਹੁਤ ਸੂਖਸ਼ਮ ਖੰਡਾਂ ਬ੍ਰਹਮੰਡਾਂ ਕਰੋੜਾਂ ਅਰਬਾਂ ਖਰਬਾਂ ਜੀਵ, जितनियां धरतियां ने कितनियां ने पतालां पताल लखा गासा गास उड़ को पाल थके वेद कहन इकवात। जिन्नियां भी धरतियां ने किन्नियां ने कोट ब्रह्मंड को ठाकर स्वामी, सर्व जियां का दाता रे, प्रित पाले नित सार संभाले, गुण नहीं मूर्ख जाता रे। तो इतना वड्डा उहदा जिहड़ा है पसारा है कि वो करोड़ां ब्रह्मंडां दा कल्ला मालिक ठाकुर स्वामी, और सारे करोड़ां खंडां ब्रह्मंडां नूं एक सैकंड दे हजारवें करोड़वें लखवें अरबवें हिस्से दे विच सारा दे कैलकुलेशन कर दिंदा है। इतना को मालिक जिहड़ा है वो गुरु, इतना को गुरु, इतना को वाहिगुरु सत है, और वो हमेशा हमेशा वास्ते सत है। और वो सारियां दी कल्ले कल्ले जीव दी कैलकुलेशन वो हर एक दी कर रहा और अपने ढंग नाल कर रहा है। और इत्थे जिहड़ा मनुख जो ने एक कर्म दी जो ने, और कर्म विच इसनूं बहुत सुचेत होके कहा है कि तू भाई अपने कर्म वल ध्यान रखी, और पहला ते तू जेड़े पता है तेनू कि ये गलत कर्म ने, पहला तू उन्हां तो बची। जे किधरे तू कर्म करदियां ये सोच लिया कि मालिक ही है सब कुछ, जिस तरह गुरु साहब दे सिंपल गल्लां जोड़ियां जांदियां ने कि किरत करो नाम जपो वंड छको। पहला नाम जपो फिर किरत करो फिर वंड छको। वो जिहड़ा सत है वो वाहिगुरु ही सत है, और ਉਹੀ सारा कुछ बनाने वाला है। नाम जपन का मतलब कि जो भी असी देख रहे हैं सारा ਉਹੀ है। नाम जपन फिर किरत करो, जदों ਉਹ सारा करदा पिया सब कुछ का मालिक वो है, तो फिर साडी किरत भी उसकी किरत है, साडी किरत नहीं। पर क्योंकि ये असी माया जाल दे विच हाँ, इस करके सानू ये अपनी किरत लगदी है। इस करके असी कर्मां तो निष्कर्म नहीं हो सकते। कर्म करत होवे निष्कर्म तिस बैसनो का निर्मल धर्म। क्योंकि उत्थे हुण सानू कर्म करके फल की जरूरत नजर आंदी है। असी जरूर फल भालने आ, भावें वो एक पैसे शोभा दा होवे, भावें वो कोई रुपए पैसे नाल होवे, भावें वो कोई राजनीतिक या धार्मिक अहुदा होवे, भावें वो समाजिक प्रशंसा होवे। तो असी जिहड़ा किसी ना किसी रूप विच भालदे आ। इस करके गुरु साहब कहंदे ने भी जे उस लैवल ते तेरी किधरे सोच पहुंच जे, गुरु कृपा कर दे, परमेश्वर कृपा कर दे कि तू संसार विच कर्म करदियां होया निष्कर्म हो जाए। भाव तेनू एक कर्मां दे बंधन तू तां ही मुक सकदा है। कर्म करत होवे निष्कर्म तिस बैसनो का निर्मल धर्म। काहू फल की इच्छा नहीं बाछै, केवल भगत कीर्तन संगराचै। मन तन अंतर सिमरन गोपाल, सब ऊपर होवत किरपाल। ते ਉਹ ਮਨੁੱਖ ਜਿਹੜਾ ਕਰਮਾਂ ਤੋਂ ਨਿਸ਼ਕਰਮ ਹੁੰਦਾ ਹੈ, ਉਹਦੀ ਇਹ ਵੀ ਪਛਾਣ ਹੁੰਦੀ, ਉਹ ਸਾਰਿਆਂ ਦੇ ਉੱਤੇ ਸਭ ਤੇ ਕਿਰਪਾਲੂ ਹੋ ਜਾਂਦਾ ਹੈ। ਉਸਨੂੰ ਇਹ ਨਜ਼ਰ ਆਉਂਦਾ ਹੈ ਕਿ ਮਾਲਕ ਹੀ ਸਾਰਿਆਂ ਵਿੱਚ ਵਸਿਆ ਹੋਇਆ ਹੈ,
ਤੇ ਉਸਦੇ ਮਨ ਵਿੱਚ ਹਰੇਕ ਦੇ ਪ੍ਰਤੀ ਦਇਆ ਆ ਜਾਂਦੀ ਹੈ। तो फिर जदों इस तरह का मनुख सैल्फ तो उठ जाता है, सारे संसार का साझा हो जाता है, तो फिर उत्ते गुरु कृपा करके उसनूं कर्मां दे बंधन तो मुक्त कर सकता है। ये परमेश्वर का अपना विधि विधान है। वो किरत करो, नाम जपो अते वंड छको। फिर जदों ऐसे मनुख का जिहड़ा कर्मां तो निष्कर्म हो गया, जो उहदा अपना है, उसके उत्ते वो अपनी स्टैंप नहीं लगाएगा, अपना कब्जा नहीं करेगा। उसनूं ये लगेगा कि जदों मैं ही नहीं, मैं भी नहीं, वो मालिक ही सी, तो फिर मैं ही नहीं तो मेरा भी कित्थे है। और जो मेरा ही नहीं, फिर उहदा अपना भी कुछ नहीं। और फिर वंड छकण का मतलब है कि वह भावें अपने 20 रुपए सारियां नूं ही छका देवे, या अपना जो भी करे उस वास्ते हो सकता है 10वें पातशाह की तरह अपना तन मन सारा परिवार वार देवे, क्योंकि वो अपने वास्ते नहीं हुंदा। तो ये जिहड़ा इतनी उच्ची जिहड़ी गल गुरु साहब ने कही, कर्म करत होवे निष्कर्म, इस वैष्णो का निर्बल धर्म, काहू फल की इच्छा नहीं बाचै। केवल भगत कीर्तन संगराचै, मन तन अंतर सिमरन गोपाल, सब ऊपर होवत कृपाल। आप दृढ़ अवरह नाम जपावै, नानक ओ वैष्णो परम गत पावै। कि हुण ओ वैष्णो बन जाएगा केड़ा आप दृढ़ अवरह नाम जपावे, नूं दृढ़ हो जाएगा कि भाई ना मैं हाँ ते ना ही कुछ मेरा है, ते ओ मालिक दे उत्ते इतना दृढ़ हो जाएगा। फिर इसे दृढ़ता कि वो बाकियां नूं खड़ा करेगा। तो उस दा गुरु पातशाह कहते तिस वैष्णो का निर्मल धर्म, फिर वो वैष्णो ऐसा हो जाएगा कि उसका धर्म निर्मल हो जाएगा। ते उसनूं पता लग जाएगा कि वो अकाल पुरख वाहिगुरु ही सत है। मैं कितने समय लिए संसार ते आया, मैं सत नहीं है। सत नाम तेरा प्राप्त बोला कि आज तो अंत तक उससे सत ने ही अपना नाम वर्ता के ये संसार रचाया हुआ है। हाँ जी। वाहिगुरू जी का खालसा, वाहिगुरू जी की फतेह। शब्द के विचार हो चुके हैं, बहुत अच्छी डिटेल में खुल के शब्द विचार हो चुके हैं। बस एक दो गल्लां मैं ऐड करना चाह रहा बिल्कुल कर्म विधाता का जिक्र आ रहा है। जिन तू जाता कर्म विधाता, कर्मां दे आधार ते फैसले करन वाला उस परमात्मा का जिक्र हो रहा है। पर ਅਸੀਂ ਜਿਹੜੇ ਕਰਮ ਕਰਦੇ ਆ, ਉਹ ਕਰਮ ਕਰਦੇ ਕਿਉਂ ਆ? ਸੋਚਣ ਦਾ ਵਿਸ਼ਾ ਹੈ ਕਿ ਅਸੀਂ ਕਦੀ ਚੰਗੇ ਕਰਮ ਕਰਦੇ ਆ, ਕਦੀ ਮਾੜੇ ਕਰਮ ਕਰਦੇ ਆ, ਤੇ ਉਹ ਕਰਮ ਕਰਦੇ ਕਿਉਂ ਆ? ਔਰ ਦੂਜੀ ਗੱਲ ਹੈ ਵੇ ਤੇ ਗੁਰੂ ਕਿਸ ਤਰ੍ਹਾਂ ਸਹਾਇਕ ਹੁੰਦਾ, ਗੁਰੂ ਸਾਡੇ ਕਿਸ ਤਰੀਕੇ ਦੇ ਨਾਲ ਕਰਮ ਬਦਲਦਾ। ਸੋਚਣ ਦਾ ਵਿਸ਼ਾ ਇਹ ਵੇ ਕਿਸ ਤਰੀਕੇ ਦੇ ਨਾਲ ਸਾਡਾ ਜੀਵਨ ਗੁਰੂ ਸਾਹਿਬ ਬਦਲਦੇ ਆ। ਅਸੀਂ ਧਿਆਨ ਦਈਏ। हाँ, सुखविंदर वीर जी, भुपिंदर वीर जी गल करते हैं हमेशा फेर के अगे रखिए, या हरविंदर वीर जी ते भूआ जी भी जिक्र करते हैं, सिमरन ते समरन का जिक्र करते हैं, या जिक्र ऐसी पाठ ते कई बारी सफर का जिक्र होया कि मन सदैव सफर ते रहता, मन टिकदा नहीं। इत्थे तक जदों असीं सुते भी होंदे तां भी मन किसी ना किसी सफर विच रहिंदा है। ताइयों सानू चंगे भैड़े सुपने आंदे रहिंदे ने, सानू कोई ना कोई सुपने आते हैं। वो सुपने की हैं? साडी सोचनी दे ही हैं, जिहड़े असीं सोचते रहंदे हैं, जिहड़ा मन साडा सफर करता है। इत्थे गुरु साहब कह रहे हैं जिन तू जाता कर्म विधाता, कर्मां दे आधार ते जिसने तैनू जान लिया है परमात्मा, जाता तो भाव है सांझ पा ली, एक मिकता हो गई। हुण असीं कर्म चंगे या भैड़े करदे हां ते वो करदे क्यों आ? ਜਿਹੋ ਜੇ ਸਾਡੇ ਵਿਚਾਰ ਹੁੰਦੇ ਹਨ, ਜਿਹੋ ਜੀ ਸਾਡੀ ਸੋਚਣੀ ਹੁੰਦੀ ਹੈ, ਸਹਿਜੇ ਸਹਿਜੇ ਸਾਡਾ ਮਨ ਉਸੇ ਮੁਤਾਬਿਕ ਬਣਦਾ ਰਹਿੰਦਾ ਹੈ। ਜਿਹੜੀਆਂ ਵੱਖ-ਵੱਖ ਜੂਨਾਂ ਦਾ ਵੀ ਜ਼ਿਕਰ ਹੁੰਦਾ ਹੈ, ਭਾਵੇਂ ਕੂਕਰੇ ਸ਼ੂਕਰੇ ਗਰਦਬੇ ਸਰਪਣੇ ਤੁਲਖਲੇ ਦਾ ਜ਼ਿਕਰ ਆਉਂਦਾ ਹੈ ਕਿ ਉਹ ਕਿਉਂ ਬਣ ਗਏ। ਅਸੀਂ ਦੇਹੀ ਸਾਡੀ ਮਨੁੱਖਾ ਦੇਹੀ ਹੈ, ਲੇਕਿਨ ਅਸੀਂ ਕਦੀ ਸੱਪ ਦੀ ਜੂ ਨਹੀਂ ਜੀ ਰਹੇ। ਸਾਨੂੰ ਆਪ ਨੂੰ ਨਹੀਂ ਪਤਾ ਕਿ ਅਸੀਂ ਸੱਪ ਵਰਗੇ ਜ਼ਹਿਰ ਉਗਲਨੇ ਆ, ਅਸੀਂ ਖੋਤੇ ਵਰਗੇ ਅਸੀਂ ਕੰਮ ਕਰ ਰਹੇ ਹਾਂ, ਜਾਂ ਅਸੀਂ ਸੂਅਰ ਵਰਗੀ ਗੰਦਗੀ ਖਾ ਰਹੇ ਹਾਂ। ਸਾਨੂੰ ਆਪ ਨਹੀਂ ਪਤਾ ਲੱਗਦਾ ਕਿ ਅਸੀਂ ਉਹ ਕਾਰ ਵਿਹਾਰ ਕਰ ਰਹੇ ਹਾਂ। ਪਰ ਅਸੀਂ ਬੰਨੇ ਕਿਸ ਤਰ੍ਹਾਂ? ਕਿਉਂਕਿ ਕਿਧਰੇ ਨਾ ਕਿਧਰੇ ਸਾਡੀ ਸੋਚਣੀ ਵਿੱਚ ਮੈਲ ਸੀ। ਸੋਚਣੀ ਦੇ ਅੰਦਰ ਮੈਲ ਹੋਣ ਦੀ ਵਜ੍ਹਾ ਕਰਕੇ ਸਾਡਾ ਮਨ ਉਸ ਮੁਤਾਬਿਕ ਬਣ ਗਿਆ ਤੇ ਧੀਰੇ ਧੀਰੇ ਉਹ ਸਾਡੇ ਕਰਮਾਂ ਦੇ ਵਿਚਕਾਰ ਆ ਗਿਆ। ਅਸੀਂ ਕਰਮਾਂ ਵੀ ਕਰਮ ਵੀ ਉਸੇ ਮੁਤਾਬਿਕ ਕਰਨ ਲੱਗ ਪਏ। ਗੁਰੂ ਸਾਹਿਬ ਕਿਸ ਤਰ੍ਹਾਂ ਸਹਾਇਕ ਹੁੰਦੇ ਹਨ? ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਜੁੜਨਾ ਕਰਦੇ ਹਾਂ,
ਅਸੀਂ ਹਰ ਵਕਤ ਜਿਸ ਤਰ੍ਹਾਂ ਸਿਮਰਨ ਦੀਆਂ ਸਿਮਰਨ ਦਾ ਜ਼ਿਕਰ ਹੋਇਆ, ਹਰ ਵਕਤ ਕੁਛ ਨਾ ਕੁਛ ਅਸੀਂ ਸੋਚਣੀ ਵਿੱਚ ਰਹਿੰਦੇ ਹਾਂ। ਸਿਮਰਨ ਵਿੱਚ ਸਾਡੇ ਕਦੀ ਕਾਮ ਰਹਿੰਦਾ ਹੈ, ਕਦੀ ਕ੍ਰੋਧ ਰਹਿੰਦਾ ਹੈ। ਸਾਡੇ ਵਿਚਾਰ ਮੰਡਲ ਉਸ ਪ੍ਰਭਾਵ ਦੇ ਹੇਠ ਕੁਛ ਨਾ ਕੁਛ ਸੋਚਦੇ ਰਹਿੰਦੇ ਹਨ ਤੇ ਅਸੀਂ ਉਸ ਜੂਨ ਵਿੱਚ ਭਟਕਦੇ ਰਹਿੰਦੇ ਹਾਂ। ਜਦੋਂ ਗੁਰੂ ਦੀ ਬਾਣੀ ਨਾਲ ਜੁੜਨਾ ਕਰਦੇ ਹਾਂ ਤੇ ਗੁਰੂ ਦੀ ਬਾਣੀ ਬਖਸ਼ਿਸ਼ ਕਰਕੇ ਸੱਚ ਦੇ ਵਿਚਾਰ ਸਾਡੇ ਮਨ ਦੇ ਵਿੱਚ ਟਿਕਾ ਦਿੰਦੀ ਹੈ। ਜਦੋਂ ਸਾਡੀ ਸੋਚਣੀ ਬਦਲਦੀ ਹੈ, ਸਾਡੇ ਸਿਮਰਨ ਵਿੱਚ ਸੱਚ ਆ ਜਾਂਦਾ ਹੈ। ਜਿਸ ਤਰ੍ਹਾਂ ਫੇਰ ਕੇ ਅੱਗੇ ਰੱਖੀਏ, ਮੋੜ ਦਈਏ, ਇੱਕ ਸਫ਼ਰ ਸਾਡਾ ਝੂਠ ਵਾਲੇ ਪਾਸੇ ਚੱਲੀ ਜਾ ਰਿਹਾ, ਅਸੀਂ ਦੁਖੀ ਹੋਈ ਜਾ ਰਹੇ ਹਾਂ, ਉਹੀਓ ਕਾਰ ਵਿਹਾਰ ਕਰੀ ਜਾ ਰਹੇ ਹਾਂ। ਜੋ ਅਸੀਂ ਗੁਰੂ ਦੀ ਬਾਣੀ ਸਾਨੂੰ ਇੰਝ ਸਮਝੀਏ ਕਿ ਉਸ ਸਫ਼ਰ ਵਿੱਚੋਂ ਕੱਢ ਕੇ ਤੇ ਸਾਨੂੰ ਸੱਚ ਦੇ ਸਫ਼ਰ ਵਾਲੇ ਪਾਸੇ ਤੋਰ ਦਿੰਦੇ ਆ। ਫੇਰ ਕੇ ਅੱਗੇ ਰੱਖੀ, ਮੋੜ ਦਿੱਤਾ, ਸਾਡੀ ਸੋਚਣੀ ਬਦਲ ਦਿੱਤੀ। ਇੱਥੇ ਸਾਡੀ ਸੋਚਣੀ ਬਦਲੀ, ਗੁਰੂ ਨੇ ਬਖਸ਼ਿਸ਼ ਕੀਤੀ, ਸਾਡੀ ਸੋਚ ਵਿੱਚ ਸੱਚ ਵਸਾ ਦਿੱਤਾ। ਜਿਸ ਤਰ੍ਹਾਂ ਸਾਡੀ ਸੁਰਤ ਸੱਚ ਵਿੱਚ ਟਿਕਦੀ ਹੈ, ਉਸ ਤਰ੍ਹਾਂ ਸਾਡਾ ਮਨ ਪਵਿੱਤਰ ਹੁੰਦਾ ਜਾਂਦਾ ਹੈ। ਜਿਸ ਤਰ੍ਹਾਂ ਸਾਡਾ ਮਨ ਪਵਿੱਤਰ ਹੁੰਦਾ ਜਾਂਦਾ ਹੈ, ਉਸ ਤਰ੍ਹਾਂ ਸਾਡੇ ਕਰਮ ਪਵਿੱਤਰ ਹੁੰਦੇ ਜਾਂਦੇ ਨੇ। ਗੁਰੂ ਸਾਹਿਬ ਸਾਡਾ ਜੀਵਨ ਇਸ ਮੁਤਾਬਿਕ ਸਾਨੂੰ ਗੰਦਗੀ ਵਾਲੀ ਜੂਨਾਂ ਵਿੱਚੋਂ ਕੱਢ ਕੇ ਪਵਿੱਤਰ ਜੂਨ ਵਿੱਚ ਪਾ ਦਿੰਦੇ ਹਨ। ਸਾਨੂੰ ਮਨੁੱਖਾਂ ਦੀ ਦੇਹੀ ਦਿੱਤੀ ਹੈ, ਸਾਨੂੰ ਮਨੁੱਖੀ ਕਰਮ ਕਰਨੇ ਸਿਖਾ ਦਿੰਦੀ ਹੈ ਕਿ ਸਾਨੂੰ ਜਿਉਣਾ ਕਿਸ ਤਰ੍ਹਾਂ ਹੈ, ਟੁਰਨਾ ਫਿਰਨਾ ਕਿਸ ਤਰ੍ਹਾਂ ਹੈ, ਬੋਲਣਾ ਕਿਸ ਤਰ੍ਹਾਂ ਹੈ, ਸੁਣਨਾ ਕਿਸ ਤਰ੍ਹਾਂ ਹੈ। ਗੁਰੂ ਸਾਹਿਬ ਸਾਡੇ ਆਪਣੇ ਮਿੱਠੇ ਬੋਲ ਦੇ ਕੇ ਸਾਡਾ ਜੀਵਨ ਵਰਤਾ ਦਿੰਦੀ ਹੈ, ਬਦਲ ਦਿੰਦੀ ਹੈ। ਗੁਰੂ ਦੀ ਇਹ ਬਖਸ਼ਿਸ਼ ਹੈ ਤੇ ਕਰਮ ਵਿਦਾਤਾ ਅਸੀਂ ਸੋਚਣੀ ਵਿੱਚ ਗੁਰੂ ਦੇ ਸ਼ਬਦ ਨੂੰ ਲੈ ਕੇ ਆਈਏ ਕਿ ਸਾਡੇ ਕਰਮ ਸੁਧਰ ਜਾਣ ਤੇ ਸਾਡੇ ਕਰਮਾਂ ਦੇ ਆਧਾਰ ਤੇ ਪਰਮਾਤਮਾ ਜਿਹੜਾ ਨਿਰਣਾ ਕਰਦਾ ਹੈ ਤੇ ਉਹ ਬਖਸ਼ਿਸ਼ ਦੇ ਰਾਹੀਂ ਸਾਡਾ ਜਿਹੜਾ ਜੀਵਨ ਸਫਲ ਹੋ ਜਾਏ। ਹੋਇਆ ਬਿਆਨ ਭੁੱਲਾ ਦੀ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, जी पवा जी। ਹਾਂਜੀ। ਜਿਨ ਤੂ ਜਾਤਾ ਕਰਮ ਵਿਦਾਤਾ, ਪੂਰੇ ਭਾਗ ਗੁਰ ਸ਼ਬਦ ਪਛਾਤਾ। ਸ਼ਬਦ ਪਛਾਤਾ ਮੀਨਸ ਅਸੀਂ ਉਸ ਗੁਰੂ ਦੇ ਸਿੱਖਿਆ ਦੇ ਨਾਲ, ਉਸ ਦੇ ਇੱਕ ਦੇ ਨਾਲ, ਗੁਣਾਂ ਦੇ ਨਾਲ ਅਸੀਂ ਪੂਰੀ ਤਰ੍ਹਾਂ ਟਿਊਨਡ ਹੋ ਗਏ ਔਰ ਵਡਭਾਗੀ ਹੋ ਗਏ, ਕਿਉਂਕਿ ਸਾਡਾ ਜਿਹੜਾ ਮਨ ਸੀ ਉਹ ਪੂਰੀ ਤਰ੍ਹਾਂ ਭਿੱਜ ਚੁੱਕਾ ਹੈ। ਜਦੋਂ ਪੂਰੀ ਤਰ੍ਹਾਂ ਉਸਨੂੰ ਜਾਣ ਲਿੱਤਾ, ਜਿਨ ਤੂ ਜਾਤਾ ਕਰਮ ਵਿਦਾਤਾ। ਵਿਦਾਤਾ ਮੀਨਸ ਦੀ ਆਰਕੀਟੈਕਟ। ਕੌਣ ਆਰਕੀਟੈਕਟ ਬਣ ਗਿਆ? ਜਦੋਂ ਉਹ ਮਨ ਪੂਰੀ ਤਰ੍ਹਾਂ ਭਿੱਜ ਜਾਂਦਾ ਹੈ ਉਸ ਇੱਕ ਦੇ ਸ਼ਬਦ, ਇੱਕ ਦੇ ਗੁਣਾਂ, ਇੱਕ ਦੇ ਸਿੱਖਿਆ ਦੇ ਨਾਲ ਟਿਊਨਡ ਹੋ ਗਿਆ, ਤਾਂ ਉਹੀ ਮਨ ਜਿਹੜਾ ਹੈ, ਇਹ ਜਦੋਂ ਟਿਊਨ ਹੁੰਦੇ ਨੇ, ਇਹੀ ਉਸਦੀ ਕਿਰਪਾ ਹੈ। ਦਿਸ ਇਜ਼ ਹਿਸ ਗ੍ਰੇਸ, ਕਿਉਂਕਿ ਮਨ ਪੂਰੀ ਤਰ੍ਹਾਂ ਭਿੱਜ ਚੁੱਕਿਆ ਹੈ ਔਰ ਇਹੀ ਮਨ ਵਿਧਾਤਾ ਬਣ ਗਿਆ। ਹੀ ਬਿਕਮਸ ਦੀ ਆਰਕੀਟੈਕਟ। ਹੀ ਬਿਕਮਸ ਦੀ ਆਰਕੀਟੈਕਟ ਆਫ ਹਾਊ, ਕਿ ਆਪਣੇ ਮਨ ਨੂੰ ਵੀ ਕੱਢ ਲਿੱਤਾ ਤੇ ਨਾਲ ਸਾਰੇ ਆਪਣੇ ਇੰਦਰੀਆਂ, ਪੂਰੇ ਪਰਿਵਾਰ ਨੂੰ ਵੀ ਕੱਢ ਲਿੱਤਾ। ਹੀ ਬਿਕਮਸ ਦੀ ਆਰਕੀਟੈਕਟ। ਜਤ ਪਤ ਸੱਚ ਸੱਚਾ ਸਤ ਸੋਈ, ਇਹ ਸਾਰੀ ਚੀਜ਼ਾਂ ਸੰਬੋਧਨ ਹੈ ਉਸ ਇੱਕ ਨੂੰ, ਸਤਿਗੁਰੂ ਨੂੰ, ਉਹਦੇ ਗਿਆਨ ਨੂੰ, ਉਸਦੇ ਇੱਕ ਗੁਣਾਂ ਨੂੰ, ਉਹਦੀ ਸਿੱਖਿਆ ਨੂੰ। ਮਨ ਕੀ ਬਣ ਗਿਆ? ਪੂਰੀ ਤਰ੍ਹਾਂ ਸਤਿਗੁਰੂ, ਪੂਰੀ ਤਰ੍ਹਾਂ ਇੱਕ ਬਣ ਚੁੱਕਾ ਹੈ, ਕਿਉਂਕਿ ਉਹ ਪੂਰੀ ਤਰ੍ਹਾਂ ਉਸ ਦੇ ਅੰਦਰ ਭਿੱਜਿਆ ਹੋਇਆ ਹੈ, ਵਿਦਾਤਾ ਬਣ ਚੁੱਕਾ ਹੈ। यही कारण है कि हौमे ਨੂੰ ਮਾਰ ਦਿੱਤਾ, ਕਿਉਂਕਿ ਹਉਮੈ ਜਾਏਗੀ ਤੇ ਇਹ ਆਂਦਾ ਹੈ। ਦੋਨੋਂ ਚੀਜ਼ਾਂ ਇੱਕ ਥਾਂ ਨਹੀਂ ਬੈਠ ਸਕਦੇ, ਇਸ ਕਰਕੇ ਹਉਮੈ ਮਰ ਗਈ, ਮਨ ਪੂਰੀ ਤਰ੍ਹਾਂ ਭਿੱਜ ਗਿਆ। ਮਨ ਹੀ ਜਤ ਹੈ, ਉਹੀ ਪਤ ਹੈ, ਉਹੀ ਸੱਚ ਹੈ। ਔਰ ਇਹ ਜਦੋਂ ਹਉਮੈ ਖਤਮ ਹੋ ਗਈ ਤੇ ਸੋਚ ਲਓ ਕਿ ਮਨ ਤੇ ਉਹਦੇ ਸਾਰੀਆਂ ਇੰਦਰੀਆਂ ਜਿਹੜੀਆਂ ਉਸ ਇੱਕ ਦੇ ਨਾਲ ਟਿਊਨਡ ਹੋ ਗਈਆਂ। ਪਰ ਮਨ ਹੀ ਵਿਦਾਤਾ ਹੈ ਔਰ ਜੋ ਵੀ ਇਹ ਸ੍ਰਿਸ਼ਟੀ, ਇਸ ਅਵਸਥਾ ਦੇ ਇਹ ਉਸਦੀ ਕਿਰਪਾ ਹੈ। ਹਾਂਜੀ जी सुखविंदर ਵੀਰ जी। ਹਾਂਜੀ ਵੀਰ ਜੀ। ਵੀਰ ਜੀ ਇੱਥੇ ਜਿਹੜਾ ਪਹਿਲੀ ਤੁਕ ਵਿੱਚ ਇੱਕ ਲਫ਼ਜ਼ ਆ ਰਿਹਾ ਨਾ, ਤੂੰ ਲਫ਼ਜ਼, ਜਿਸ ਤੇ ਲਫ਼ਜ਼ ਆ ਰਿਹਾ ਜਿਨ ਤੂੰ ਜਾਤਾ ਕਰਮ ਵਿਧਾਤਾ। ਆਪਾਂ ਪਹਿਲਾਂ ਥੋੜਾ ਜਿਹਾ ਧਿਆਨ ਦੇਵਾਂਗੇ ਇਸ ਤੂੰ ਲਫ਼ਜ਼ ਨੂੰ ਸਮਝਣ ਵਾਸਤੇ। ਇਹ ਤੂੰ ਲਫ਼ਜ਼ ਕਿਸ ਨੂੰ ਆਖਿਆ ਜਾ ਰਿਹਾ? ਇਹ ਤੂੰ ਲਫ਼ਜ਼ ਪਾਰ ਬ੍ਰਹਮ, ਪਰਮੇਸ਼ਰ, ਰੱਬ ਜੀ, ਸਤਿਗੁਰੂ ਜੀ ਵਾਸਤੇ, ਤੇ ਇਸੀ ਬੰਦ ਦੇ ਤੀਸਰੀ ਤੁਕ ਦੇ ਵਿੱਚ ਇਸੇ ਨੂੰ ਦੱਸਿਆ ਹੋਇਆ ਕਿ ਤੂੰ ਲਫ਼ਜ਼ ਆਖਿਆ ਕਿਸ ਨੂੰ ਜਾ ਰਿਹਾ? ਉਹ ਲਫ਼ਜ਼ ਆਖਿਆ ਜਾ ਰਿਹਾ ਸੱਚ ਨੂੰ। ਦੂਸਰੇ ਤੁਕ ਵਿੱਚ ਜਿਸ ਵਾਸਤੇ ਲਫ਼ਜ਼ ਯੂਜ਼ ਕੀਤਾ ਗਿਆ ਸੀ ਸ਼ਬਦ, ਉੱਪਰ ਲਫ਼ਜ਼ ਯੂਜ਼ ਕੀਤਾ ਹੈ ਤੂੰ,
ਥੱਲੇ ਲਫ਼ਜ਼ ਕੀਤਾ ਹੈ ਸ਼ਬਦ, ਫਿਰ ਲਫ਼ਜ਼ ਯੂਜ਼ ਕੀਤਾ ਹੈ ਸੱਚ, ਫਿਰ ਨਾਲ ਯੂਜ਼ ਕੀਤਾ ਸੱਚਾ। ਕਹਿੰਦੇ ਨੇ ਜਿਨ ਤੂੰ ਜਾਤਾ, ਜਾਤਾ ਦਾ ਭਾਵ ਕੀ ਹੈ? ਜਾਣ ਲਿਆ, ਜਿਸ ਨੇ ਇਹ ਰਿਅਲਾਈਜ਼ ਕਰ ਲਿੱਤਾ ਕਿ ਤੂੰ ਹੀ ਕਰਮ ਦਾ ਵਿਧਾਤਾ, ਤੂੰ ਕਰਮ ਦੇਖ ਕੇ ਤੂੰ ਸਾਡੀ ਡੈਸਟਨੀ, ਸਾਡੀ ਕਿਸਮਤ, ਸਾਡਾ ਲੇਖਾ ਲਿਖਦਾ ਹੈ। ਇਹ ਜਾਤਾ ਦਾ ਲਫ਼ਜ਼ ਜਿਹੜਾ ਨਾ, ਇਸ ਨੂੰ ਸੁਖਮਨੀ ਸਾਹਿਬ ਵਿੱਚ ਸਤਿਗੁਰੂ ਜੀ ਨੇ 2-3 ਵਾਰ ਯੂਜ਼ ਕੀਤਾ ਵਾ, ਉੱਥੇ ਵੀ ਲਫ਼ਜ਼ ਆਉਂਦਾ ਹੈ। ਉਸ ਤੋਂ ਪਹਿਲਾਂ ਆਪਾਂ ਉਸ ਪਹਿਲਾਂ ਇੱਕ ਤੁਕ ਹੋਰ ਸ਼ੇਅਰ ਕਰੀਏ, ਉਹ ਹੈਗੀ ਆਪਾਂ ਜਦੋਂ ਪੜ੍ਹਦੇ ਆ ਨਾ ਦੁੱਖ ਦਾਰੂ ਸੁਖ ਰੋਗ ਪਿਆ, ਉਹਦੇ ਵਿੱਚ ਇੱਕ ਜਾ ਕੇ ਤੁਕ ਆਉਂਦੀ ਹੈ, ਕਹਿੰਦੇ ਨੇ ਜ਼ਾਤ ਮੈਂ ਜੋਤ, ਜੋਤ ਮੈਂ ਜਾਤਾ। ਜਦੋਂ ਅਸੀਂ ਸਾਡਾ ਮਨ ਇਹ ਅੰਦਰ ਵਸਦੇ ਰੱਬ ਜੀ ਨੂੰ, ਅੰਦਰ ਵਸਦੇ ਰੱਬ ਜੀ ਦੀ ਜੋਤ ਨੂੰ ਜਾਣ ਲੈਂਦਾ, ਰਿਅਲਾਈਜ਼ ਕਰ ਲੈਂਦਾ ਕਿ ਮੇਰਾ ਜਿਹੜਾ ਸਾਡਾ ਪਰਮਾਤਮਾ ਹੈ ਉਹ ਮੇਰੇ ਅੰਦਰ ਹੀ ਵਸ ਰਿਹਾ, ਜੋਤ ਰੂਪ ਵਿੱਚ, ਜੋਤ ਰੂਪ ਹਰਾਮ ਉਹ ਅੰਦਰ ਵਸ ਰਿਹਾ। ਗੁਸਾਖੀ ਜੋਤ ਜਗਾਏ, ਨਾਮ ਤੇਰੇ ਕੀ ਜੋਤ ਜਗਾਏ। ਫਿਰ ਉਸੇ ਨੂੰ ਦੂਸਰੇ ਲਫ਼ਜ਼ਾਂ ਵਿੱਚ ਕੀ ਕਹਿੰਦੇ ਆ, ਸੁਖਮਨੀ ਸਾਹਿਬ ਵਿੱਚ ਸਤਿਗੁਰੂ ਜੀ ਆਖਦੇ ਨੇ, ਕਹਿੰਦੇ ਨੇ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਜਿਸ ਨੇ ਵੀ ਸੱਚ ਨੂੰ ਪਾਰ ਬ੍ਰਹਮ ਕਰਕੇ ਜਾਤਾ, ਜਾਣ ਲਿਆ, ਰਿਅਲਾਈਜ਼ ਕਰ ਲਿਆ, ਪੱਕੀ ਤੌਰ ਤੇ ਦ੍ਰਿੜ ਕਰ ਲਿਆ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਕਿਉਂਕਿ ਇੱਥੇ ਲਫ਼ਜ਼ ਫਿਰ ਬਾਰ-ਬਾਰ ਥੱਲੇ ਜ਼ਾਤ ਪਾਤ ਸੱਚ ਦੀ ਆ ਰਹੀ ਹੈ, ਜ਼ਾਤ ਪਾਤ ਦੀ ਡੈਫੀਨੇਸ਼ਨ ਦੇ ਰਿਹਾ। ਹਰਵਿੰਦਰ ਵੀਰ ਜੀ ਨੇ ਇੱਕ ਸ਼ਬਦ ਕੋਟ ਕੀਤਾ ਸੀ, ਬਹੁਤ ਪਿਆਰਾ ਸੀ ਕਿ ਹਮਰੀ ਜ਼ਾਤ ਪਾਤ ਕੁਲ ਸਤਗੁਰ। ਉੱਥੇ ਵੀ ਜ਼ਾਤ ਪਾਤ ਕੁਲ ਦੀ ਡੈਫੀਨੇਸ਼ਨ ਸੀ ਕਿ ਗੁਰਬਾਣੀ ਵਿੱਚ ਜ਼ਾਤ ਪਾਤ ਕੁਲ ਸਤਿਗੁਰੂ ਜੀ ਨੂੰ ਆਖਦੇ ਨੇ, ਉਹ ਸਤਿਗੁਰੂ ਜੀ ਨੂੰ ਸੱਚ ਆਖਦੇ ਨੇ। ਇਸ ਲਈ ਇੱਥੇ ਇਸ ਬੰਦ ਵਿੱਚ ਲਫ਼ਜ਼ ਯੂਜ਼ ਕਰ ਲਿਆ ਜ਼ਤ ਪਤ ਸੱਚ। ਅੰਦਰਲੀ ਸ੍ਰਿਸ਼ਟੀ ਦੀ ਜ਼ਾਤ, ਅੰਦਰਲੀ ਸ੍ਰਿਸ਼ਟੀ ਵਿੱਚ ਜ਼ਾਤ ਪਾਤ ਇਹ ਸੱਚ ਨੂੰ ਆਖਿਆ ਜਾਂਦਾ ਹੈ। ਸਾਡੇ ਮਨ ਦੀ ਜ਼ਾਤ ਕੀ ਹੈ? ਸੱਚ। ਮਨ ਦਾ ਕੁੱਲ ਕਿਹੜਾ ਹੈ? ਸੱਚ। ਜਦੋਂ ਇਹ ਸੱਚ ਦੀ ਸ਼ਰਨ ਚ ਆਉਂਦਾ ਉਸ ਤੋਂ ਬਾਅਦ, ਕਿਉਂਕਿ ਅਦਰਵਾਈਜ਼ ਇਸ ਦਾ ਉਲਟ ਵੀ ਹੋਏਗਾ। ਜਦੋਂ ਅਸੀਂ ਸੱਚ ਦੀ ਸ਼ਰਨ ਵਿੱਚ ਨਹੀਂ ਆਉਂਦੇ ਹਾਂ ਤਾਂ ਉਸ ਨੂੰ ਕਹਿੰਦੇ ਨੇ ਨਾਨਕ ਨਾਵੈ ਬਾਝ ਸਨਾਤ, ਤੇ ਕਮਜ਼ਾਤ ਵੀ ਉਹਨਾਂ ਨੂੰ ਆਖਿਆ ਜਾਂਦਾ। ਸਾਡੀ ਜ਼ਤ ਪਤ ਸੱਚ ਉਦੋਂ ਹੋਏਗੀ ਜਦੋਂ ਅਸੀਂ ਸੱਚ ਦੀ ਸ਼ਰਨ ਚ ਆਵਾਂਗੇ, ਸੱਚ ਨੂੰ ਰਿਅਲਾਈਜ਼ ਕਰ ਲਾਂਗੇ, ਸੱਚ ਨੂੰ ਹੀ ਪਾਰ ਬ੍ਰਹਮ ਕਰਕੇ ਪਾਰ ਬ੍ਰਹਮ ਦੀ ਸੱਚ ਕਰ ਜਾਤਾ ਕਰ ਲਾਂਗੇ, ਤਾਂ ਸਾਡੀ ਜ਼ਤ ਪਤ ਸੱਚ ਬਣੇਗੀ। ਅਦਰਵਾਈਜ਼ ਸਾਡੀ ਜ਼ਾਤ ਔਰ ਸਾਡੀ ਪਤ ਬਣੇਗੀ ਕੂੜ। ਹਉਮੈ ਦੇ ਵਿੱਚ ਅਗਰ ਅਸੀਂ ਜੀ ਰਹੇ ਹਾਂ, ਹਉਮੈ ਨੂੰ ਆਪਣੀ ਮੱਤ ਦੇ ਆਧਾਰ ਤੇ ਆਪਣਾ ਜੀਵਨ ਬਤੀਤ ਕਰੇ। ਹਾਂ, ਇੱਥੇ ਜਿਹੜਾ ਲਫ਼ਜ਼ ਆ ਰਿਹਾ ਨਾ ਜ਼ਾਤਾ, ਸਤਿਗੁਰੂ ਜੀ ਕਹਿੰਦੇ ਨੇ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ। ਕਹਿੰਦੇ ਜਦੋਂ ਤੱਕ ਅਸੀਂ ਪਾਰ ਬ੍ਰਹਮ ਨੂੰ, ਸੱਚ ਨੂੰ ਹੀ ਪਾਰ ਬ੍ਰਹਮ ਕਰਕੇ ਨਹੀਂ ਜਾਣਾਂਗੇ, ਰਿਅਲਾਈਜ਼ ਨਹੀਂ ਕਰਾਂਗੇ, ਦ੍ਰਿੜ ਨਹੀਂ ਕਰਾਂਗੇ, ਕਹਿੰਦੇ ਉਹਦਾ ਰਿਜ਼ਲਟ ਕੀ ਹੋਏਗਾ? ਅਗਰ ਅਸੀਂ ਜਾਣ ਲਿਆ ਵੀ ਪਾਰ ਬ੍ਰਹਮ ਹੀ ਸੱਚ ਹੈ, ਸੱਚ ਹੀ ਪਾਰ ਬ੍ਰਹਮ, ਕਹਿੰਦੇ ਨੇ ਨਾਨਕ ਸੋ ਜਨ ਸੱਚ ਸਮਾਤਾ। ਦਾ ਮੂਮੈਂਟ ਅਸੀਂ ਇਹ ਰਿਅਲਾਈਜ਼ ਕਰਾਂਗੇ, ਇਹ ਜਾਣ ਲਵਾਂਗੇ ਕਿ ਸਾਡਾ ਜਿਹੜਾ ਪਾਰ ਬ੍ਰਹਮ ਹੈ ਉਹ ਜ਼ਾਤ ਮੈਂ ਜੋਤ, ਜੋਤ ਮੈਂ ਜਾਤਾ, ਸਾਡੇ ਅੰਦਰ ਜੋਤ ਸਰੂਪ ਹੈ ਔਰ ਉਹ ਸੱਚ ਹੈ। ਸੱਚ ਨੂੰ ਹੀ ਜਦੋਂ ਅਸੀਂ ਪਾਰ ਬ੍ਰਹਮ ਕਰਕੇ ਜਾਣ ਲਵਾਂਗੇ, ਇਸ ਨੂੰ ਕਹਿੰਦੇ ਨੇ ਜਾਤਾ। ਕਹਿੰਦੇ ਅਸੀਂ ਸੱਚ ਚ ਸਮਾ ਜਾਵਾਂਗੇ। ਨਾਨਕ ਸੋ ਜਨ ਸੱਚ ਸਮਾਤਾ। ਇਹ ਸੱਚ ਵਿੱਚ ਸਮਾਨ ਦਾ ਤਰੀਕਾ ਸਤਿਗੁਰੂ ਜੀ ਸਾਡੇ ਨਾਲ ਸ਼ੇਅਰ ਕਰ ਰਹੇ। ਇਹ ਤਰੀਕਾ, ਇਸ ਨੂੰ ਲਾਅ ਕਹਿੰਦੇ ਨੇ, ਇਸ ਨੂੰ ਹੁਕਮ ਕਹਿੰਦੇ ਨੇ, ਕਦੀ ਵੀ ਚੇਂਜ ਨਹੀਂ ਹੋਏਗਾ। ਸਾਨੂੰ ਆਪਣੇ ਆਪ ਨੂੰ ਚੇਂਜ ਕਰਨਾ ਪਏਗਾ ਅਕੋਰਡਿੰਗ ਟੂ ਦਿਸ ਲਾਅ। ਇਹੀ ਤਰੀਕਾ ਹੈ ਸੱਚ ਨੂੰ ਪਾਰ ਬ੍ਰਹਮ ਕਰਕੇ ਜਾਣੀਏ। ਫਿਰ ਉਸਨੇ ਜਾਣਦੇ ਸਾਂ, ਜਦੋਂ ਅਸੀਂ ਪੂਰੀ ਤਰ੍ਹਾਂ ਕੋ ਕਬੀਰ ਮਨ ਮਾਨਿਆ, ਚੰਗੀ ਤਰ੍ਹਾਂ ਸਾਡਾ ਮਨ ਮੰਨ ਜਾਏਗਾ ਪੂਰਨ ਤੌਰ ਤੇ ਕਿ ਸੱਚ ਹੀ ਪਾਰ ਬ੍ਰਹਮ ਹੁੰਦਾ ਹੈ ਔਰ ਸਾਡੇ ਅੰਦਰ ਉਹ ਜੋਤ ਸਰੂਪ ਵਿੱਚ ਬੈਠਾ ਹੈ। ਕਹਿੰਦੇ ਨੇ ਜਦੋਂ ਅਸੀਂ ਪੂਰਨ ਤਰੀਕੇ ਤੇ ਸਾਡਾ ਭਰੋਸਾ ਬਣ ਜਾਏਗਾ ਇਸ ਗੱਲ ਤੇ ਕਿ ਪਾਰ ਬ੍ਰਹਮ ਜੀ ਸੱਚ ਕਰ ਦਾਤਾ, ਕਹਿੰਦੇ ਨੇ ਨਾਨਕ ਸੋ ਜਨ ਸੱਚ ਸਮਾਤਾ। ਉਹ ਸੱਚ ਸਮਾ ਜਾਏਗਾ। ਫਿਰ ਸਤਿਗੁਰੂ ਜੀ ਹੋਰ ਕਹਿੰਦੇ ਨੇ, ਸੁਖਮਨੀ ਸਾਹਿਬ ਜੀ ਕਹਿੰਦੇ ਫਿਰ ਹੋਏਗਾ ਕੀ? ਕਹਿੰਦੇ ਨੇ ਮਨ ਤਨ ਅੰਤਰ ਏਕ ਪ੍ਰਭ ਰਾਤਾ। ਕਦੋਂ? ਕਹਿੰਦੇ ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਜਦੋਂ ਅਸੀਂ ਇੱਕ ਨੂੰ ਸੱਚ ਨੂੰ ਪਾਰ ਬ੍ਰਹਮ ਕਰਕੇ ਅਸੀਂ ਜਾਣ ਲੱਗੇ, ਇਸੇ ਨੂੰ ਕਹਿੰਦੇ ਨੇ ਗੁਰ ਪ੍ਰਸਾਦ। ਤੂੰ ਗੁਰੂ ਦੀ ਕਿਰਪਾ ਲੈ ਲਈ। ਗੁਰੂ ਜੀ ਸਾਨੂੰ ਸਮਝਾ ਰਿਹਾ ਕਿ ਪਾਰ ਬ੍ਰਹਮ ਨੂੰ ਸੱਚ ਕਰਕੇ ਜਾਣੋ।
ਹੁਣ ਅਸੀਂ ਕੀ ਕਰਨਾ, ਅਸੀਂ ਕਹਿਣਾ ਸਤ ਬਚਨ ਸਤਿਗੁਰੂ ਜੀ। ਤੁਸੀਂ ਸਾਨੂੰ ਇਹ ਕਹਿ ਰਹੇ ਹੋ ਕਿ ਅਸੀਂ ਜਾਣ ਲਈਏ, ਇਸ ਨੂੰ ਚੰਗੀ ਤਰ੍ਹਾਂ ਰਿਅਲਾਈਜ਼ ਕਰ ਲਈਏ, ਮੰਨ ਲਈਏ। ਅਸੀਂ ਸਤਿਗੁਰੂ ਜੀ ਗੁਰਪ੍ਰਸਾਦ ਨਾਨਕ ਇੱਕ ਜਾਤਾ ਮੈਂ ਇੱਕ ਜਾਣ ਲਿਆ, ਇਹ ਹੀ ਗੁਰੂ ਦੀ ਕਿਰਪਾ ਹੈ। ਗੁਰੂ ਦੀ ਕਿਰਪਾ ਨਾਲ ਇੱਕ ਨੂੰ ਨਹੀਂ ਜਾਣਿਆ ਜਾਂਦਾ। ਜਦੋਂ ਅਸੀਂ ਇਸ ਸਤਿਗੁਰੂ ਜੀ ਦੀ ਸਿੱਖਿਆ ਨੂੰ ਮੰਨ ਲੈਂਦੇ ਹਾਂ, ਰਿਅਲਾਈਜ਼ ਕਰ ਲੈਂਦੇ ਹਾਂ, ਚੰਗੀ ਤਰ੍ਹਾਂ ਦ੍ਰਿੜ ਕਰ ਲੈਂਦੇ ਆ, ਇਹਨੂੰ ਹੀ ਕਹਿੰਦੇ, ਸਤਿਗੁਰੂ ਕਹਿੰਦੇ ਨੇ ਤੇਰੇ ਤੇ ਜੋ ਕਿਰਪਾ ਕੀਤੀ ਸੀ, ਜੋ ਤੈਨੂੰ ਸਿੱਖਿਆ ਦਿੱਤੀ ਸੀ, ਤੂੰ ਉਸਨੂੰ ਮੰਨ ਲਿਆ, ਕਹਿੰਦੇ ਤੇਰੇ ਤੇ ਗੁਰੂ ਦੀ ਕਿਰਪਾ ਹੋ ਗਈ, ਤੂੰ ਗੁਰੂ ਦੀ ਕਿਰਪਾ ਧਾਰਨ ਕਰ ਲਈ। ਕਹਿੰਦੇ ਉਹਦਾ ਰਿਜ਼ਲਟ ਕੀ ਹੋਏਗਾ? ਅਸੀਂ ਕਰਮਾਂ ਕਰਕੇ ਆਜ਼ਾਦ ਹਾਂ, ਫਲ ਕਰਕੇ ਆਜ਼ਾਦ ਨਹੀਂ ਹਾਂ। ਸਤਿਗੁਰੂ ਜੀ ਸਾਡੇ ਕਰਮ ਨਹੀਂ ਬਦਲਦੇ ਨੇ, ਇੱਥੋਂ ਅਸੀਂ ਆਜ਼ਾਦ ਹਾਂ। ਕਰਮੀ ਆਪੋ ਆਪਣੀ ਹੈ, ਚੰਗਿਆਈਆਂ ਬੁਰਿਆਈਆਂ ਵਾਚੈ ਉਹ ਦੇਖ ਰਿਹਾ ਹੈ, ਅੰਦਰ ਬੈਠਾ ਨਾਨਕ ਹੁਕਮੈ ਅੰਦਰ ਵੇਖੈ। ਪਰ ਕਰਮਾਂ ਵੱਲੋਂ ਅਸੀਂ ਆਜ਼ਾਦ ਨਹੀਂ ਹੈ, ਨਾ ਸਤਿਗੁਰੂ ਸਾਡੇ ਕਰਮ ਬਦਲਦਾ ਹੈ। ਕਰਮ ਅਸੀਂ ਚੂਜ਼ ਕਰਨੇ ਆ ਕਿਹੜੇ ਕਰਨੇ ਆ, ਉਹਦਾ ਫਲ ਵੱਲੋਂ ਅਸੀਂ ਆਜ਼ਾਦ ਨਹੀਂ ਹਾਂ। ਬੀਜੇ ਬਿਖ ਕਰਾਂਗੇ, ਇਹ ਅਸੀਂ ਕਰਮ ਕੀਤਾ, ਅੰਮ੍ਰਿਤ ਨਹੀਂ ਮਿਲੇਗਾ। ਤੇ ਬੀਜੇ ਅੰਮ੍ਰਿਤ ਕਰਾਂਗੇ ਤੇ ਇਹ ਵੀ ਕੀ ਕਹਿੰਦਾ ਹੁਕਮ ਹੈ ਕਿ ਬਿਖ ਵੀ ਨਹੀਂ ਮਿਲੇਗੀ। ਅੰਮ੍ਰਿਤ ਬੀਜਾਂਗੇ, ਅੰਮ੍ਰਿਤ ਹੀ ਮਿਲੇਗਾ। ਅੰਦਰਲੀ ਧਰਤੀ ਦੇ ਅੰਦਰ ਅਸੀਂ ਅਗਰ ਬਿਖ ਦੇ ਨਾਲ ਜੁੜੇ ਰਵਾਂਗੇ ਤਾਂ ਬਿਖ ਹੀ ਮਿਲੇਗਾ। ਇਹ ਕਦੀ ਵੀ ਨਹੀਂ ਹੋ ਸਕਦਾ ਕਿ ਸਤਿਗੁਰੂ ਸਾਡੇ ਕਰਮ ਚੇਂਜ ਕਰਨ, ਨਹੀਂ। ਸਾਡੇ ਕਰਮਾਂ ਦੇ ਨਾਲ ਫਲ ਵੱਲੋਂ ਜੋ ਸਾਨੂੰ ਮਿਲਣਾ, ਉਹ ਸਤਿਗੁਰੂ ਜੀ ਉੱਥੋਂ ਅਸੀਂ ਆਜ਼ਾਦ ਨਹੀਂ ਹੈ, ਕਰਮਾਂ ਵੱਲੋਂ ਆਜ਼ਾਦ। ਜਿਵੇਂ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨਾ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਇਹ ਮੇਰੇ ਨੀਚ ਕਰਮ ਹੁੰਦੇ ਆ, ਸਤਿਗੁਰੂ ਜੀ ਦੇ ਨੀਚ ਕਰਮ ਨਹੀਂ ਦਿੰਦੇ ਸਾਨੂੰ ਸਤਿਗੁਰੂ। ਅਸੀਂ ਜੋ ਕਰਦੇ ਨਾ ਕਰਮ ਧਰਮ ਪਾਖੰਡ ਜੋ ਦਿਸਦਾ, ਇਹ ਅਸੀਂ ਜਿਹੜੇ ਸਾਨੂੰ ਧਰਮ ਦੁਨਿਆਵੀ ਧਰਮ ਸਾਨੂੰ ਜੋ ਦੱਸਿਆ ਗਿਆ, ਅਸੀਂ ਇਹ ਬਾਹਰਲੇ ਕਰਮਕਾਂਡ ਧਰਮਾਂ ਦੇ ਕਰਮਕਾਂਡ ਕਰਦੇ ਹਾਂ, ਉਹ ਅਸੀਂ ਕਰਦੇ ਹਾਂ। ਕਰਮਾਂ ਵੱਲੋਂ ਅਸੀਂ ਆਜ਼ਾਦ ਹਾਂ, ਫਲ ਵੱਲੋਂ ਆਜ਼ਾਦ ਨਹੀਂ ਹਾਂ। ਔਰ ਸਤਿਗੁਰੂ ਜੀ ਸਾਡੇ ਕਰਮ ਨਹੀਂ ਚੇਂਜ ਕਰਦੇ, ਸਤਿਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਨੇ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਲਾਅ ਕੀ ਹੈ। ਲਾਅ ਹੈ ਕਿ ਤੂੰ ਜੋ ਕਰਮ ਕਰੇਗਾ ਉਹਦੇ ਉਸ ਦੇ ਫਲ ਦਾ ਲੇਖਾ ਤੇਰਾ ਲੇਖਾ ਲਿਖਿਆ ਜਾਏਗਾ। ਇਹਨੂੰ ਕਹਿੰਦੇ ਨੇ ਕਰਮ ਵਿਧਾਤਾ। ਤੇਰੀ ਡੈਸਟਨੀ, ਤੇਰੀ ਅਗਲੀ ਕਿਸਮਤ ਤੇਰੇ ਕਰਮਾਂ ਦੇ ਆਧਾਰਿਤ ਹੈ। ਤੂੰ ਅਗਰ ਅੱਜ ਕਿਸੇ ਦਾ ਮਰਡਰ ਕਰੇਗਾ ਤਾਂ ਥੋੜੇ ਦਿਨਾਂ ਬਾਅਦ ਜਾਂ ਕੁਝ ਚਿਰਾਂ ਬਾਅਦ ਜਦੋਂ ਤੂੰ ਪਕੜਿਆ ਗਿਆ ਤਾਂ ਤੇਰੀ ਸਾਰੀ ਉਮਰ ਜੇ ਜੇਲ੍ਹ ਵਿੱਚ ਗਈ ਤਾਂ ਉਹ ਫਲ ਤੂੰ ਆਪ ਲਿਖਿਆ ਸੀ ਮਰਡਰ ਕਰਨ ਵੇਲੇ। ਸਤਿਗੁਰੂ ਸਾਨੂੰ ਇੱਥੇ ਸਮਝਾ ਰਹੇ ਨੇ, ਕਹਿੰਦੇ ਨੇ ਅਸੀਂ ਕੀ ਕਰਨਾ ਹੈ, ਅਸੀਂ ਪਾਰ ਬ੍ਰਹਮ ਨੂੰ ਸੱਚ ਕਰਕੇ ਜਾਣਾ ਹੈ। ਉਹ ਜਿਸ ਨੇ ਕਹਿੰਦੇ ਜਾਤਾ, ਜਿਨ ਤੂੰ ਜਾਤਾ। ਹੁਣ ਮਨ ਨੇ ਸਭ ਤੋਂ ਪਹਿਲਾਂ ਪਾਰ ਬ੍ਰਹਮ ਨੂੰ ਸੱਚ ਕਰਕੇ ਜਾਣ ਲਿਆ, ਅੰਦਰ ਵਸਦੇ ਪਾਰ ਬ੍ਰਹਮ ਨੂੰ। ਸ਼ਬਦ ਹੈ ਸੱਚ, ਸੱਚ ਹੈ ਪਾਰ ਬ੍ਰਹਮ ਹੀ ਸਾਡਾ ਸਤਿਗੁਰੂ ਜੀ ਨੇ। ਮਨ ਨੇ ਇਹ ਜਾਣ ਲਿਆ ਤੇ ਮਨ ਦੇ ਅੰਦਰ ਜਾਣ ਲਿਆ, ਕੀ ਕੀਤਾ ਨਾਲ ਹੋਇਆ ਕਿ ਨਾਨਕ ਸੋ ਜਨ ਸੱਚ ਸਮਾਤਾ। ਉਹ ਮਨ ਭਾਵ ਸਾਡੇ ਜਿਹੜੇ ਵਿਚਾਰ ਹੈ ਸੱਚ ਵਿੱਚ ਸਮਾ ਗਏ। ਉਹ ਸਾਡਾ ਮਨ ਨਹੀਂ ਰਿਹਾ, ਉਹ ਮਨ ਸੱਚ ਸਰੂਪ ਹੋ ਗਿਆ, ਸੱਚ ਵਿੱਚ ਸਮਾ ਗਿਆ। ਹੁਣ ਜਦੋਂ ਉਹ ਮਨ ਸੱਚ ਵਿੱਚ ਸਮਾ ਗਿਆ, ਮਨ ਦੀ ਆਪਣੀ ਹਸਤੀ ਤਾਂ ਖਤਮ, ਹੁਣ ਸਾਡੇ ਅੰਦਰ ਸੱਚ ਦੇ ਵਿਚਾਰ ਹੀ ਵਸਦੇ ਨੇ, ਸੱਚ ਹੀ ਵਸਦਾ ਉਸ ਨੂੰ ਕਹਿੰਦੇ। ਪਰ ਉਹਦਾ ਤਰੀਕਾ ਕੀ ਹੈ? ਸੱਚ ਨੂੰ ਪਾਰ ਬ੍ਰਹਮ ਕਰਕੇ ਜਾਣਾ। ਇਸ ਨੂੰ ਅਗਲੇ ਵਿੱਚ ਕਹਿੰਦੇ ਨੇ ਇਹ ਪੂਰੇ ਭਾਗ ਦੀ ਨਿਸ਼ਾਨੀ ਹੈ। ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਇਹ ਪਛਾਣ ਕਰ ਲੈਂਦੇ ਹਾਂ ਕਿ ਸੱਚ ਹੀ ਪਾਰ ਬ੍ਰਹਮ ਹੈ, ਸ਼ਬਦ ਹੀ ਪਾਰ ਬ੍ਰਹਮ ਹੈ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਹੈ, ਸ਼ਬਦ ਹੀ ਬ੍ਰਹਮ ਹੈ। ਜਦੋਂ ਅਸੀਂ ਇਹ ਪਛਾਣ ਲੈਂਦੇ, ਕਹਿੰਦੇ ਇਹੀ ਪੂਰੇ ਭਾਗ ਦੀ ਨਿਸ਼ਾਨੀ। ਇਹਨੂੰ ਕਹਿੰਦੇ ਨੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾ। ਕਹਿੰਦੇ ਉਹਦੇ ਮੱਥੇ ਤੇ ਲੇਖਾ ਲਿਖਿਆ ਜਾਂਦਾ ਕਿ ਇਹਨੂੰ ਪਾਰ ਬ੍ਰਹਮ, ਇਹਨੇ ਸੱਚ ਨੂੰ ਜਾਣ ਲਿਆ, ਇਹਨੂੰ ਪਾਰ ਬ੍ਰਹਮ ਦੀ ਪ੍ਰਾਪਤੀ ਹੋਣੀ ਹੈ, ਭਾਵ ਸੱਚ ਦੀ ਪ੍ਰਾਪਤੀ ਇਹਨੂੰ ਹੋਵੇਗੀ। ਇਹਦੇ ਲੇਖਾ ਲਿਖ ਦੋ ਕਿਉਂਕਿ ਇਹਨੇ ਸੱਚ ਨੂੰ ਪਾਰ ਬ੍ਰਹਮ ਕਰਕੇ ਜਾਣ ਲਿਆ ਹੈ। ਹੁਣ ਇੱਥੇ ਸਤਿਗੁਰੂ ਜੀ ਸਾਨੂੰ ਅੱਗੇ ਸਮਝਾਉਂਦੇ ਨੇ, ਕਹਿੰਦੇ ਨੇ ਪਾਰ ਬ੍ਰਹਮ ਹੀ ਸੱਚ ਹੈ। ਕਹਿੰਦੇ ਉਹੀ ਜਤ ਹੈ, ਉਹੀ ਪਤ ਹੈ, ਉਹੀ ਸੱਚਾ ਹੈ, ਉਹੀ ਸੱਚ ਸੋਈ ਹੈ। ਇਹ ਜਤ ਪਤ ਦੀ ਡੈਫੀਨੇਸ਼ਨ ਦੱਸ ਰਹੇ ਹੈ। ਸੱਚ, ਜਤ ਪਤ ਸੱਚ, ਹਮਰੀ ਜਾਤ ਪਾਤ ਕੁਲ ਸਤਿਗੁਰੂ, ਉਸੇ ਨੂੰ ਉੱਪਰ ਕਹਿੰਦੇ ਨੇ ਜਾਤਾ। ਕਹਿੰਦੇ ਨੇ ਜਿਹੜਾ ਵੀ ਜਾਣੇ। ਹੁਣ ਮਨ ਨੇ ਜਾਣ ਲਿਆ ਸੀ, ਮਨ ਸੱਚ ਸਮਾ ਗਿਆ। ਉਸ ਤੋਂ ਬਾਅਦ ਕੀ ਕਹਿੰਦੇ ਨੇ, ਮਨ ਆਪਣੇ ਅੰਦਰ ਉਸਨੇ ਸੱਚ ਨੂੰ ਵਸਾਇਆ ਸੀ ਤੇ ਉਹਦਾ ਰਿਜ਼ਲਟ ਕੀ ਹੋਇਆ, ਫਲ ਕੀ ਪ੍ਰਾਪਤ ਹੋਇਆ? ਮਨ ਨੂੰ ਹਉਮੈ ਆਊਟ, ਹਉਮੈ ਗਈ। ਹਉਮੈ ਤਾਂ ਨਾਵੇ ਦੇ ਨਾਲ ਰਹਿ ਹੀ ਨਹੀਂ ਸਕਦੀ। ਹਉਮੈ ਹੈ ਅੰਧੇਰਾ, ਅੰਧੇਰਾ
ਸ਼ਬਦ ਕੀ ਕਹਿੰਦੇ ਆ, ਸ਼ਬਦ ਦਾ ਦੀਵਾ ਜਲਦੇ ਸਾਰ ਹੀ ਅੰਦਰੋਂ ਹਨੇਰਾ ਗਾਇਬ। ਤੇ ਜੇ ਕੋਈ ਪੁੱਛੇ ਪਹਿਲਾਂ ਹਨੇਰਾ ਕਿੱਥੇ ਚਲੇ ਗਿਆ, ਉਹਨੂੰ ਕਹਿੰਦੇ ਨੇ ਹਨੇਰਾ ਹੈ ਹੀ ਨਹੀਂ ਸੀ, ਸ਼ਬਦ ਹੀ ਨਹੀਂ ਜਗਾਇਆ ਸੀ, ਸ਼ਬਦ ਦਾ ਦੀਵਾ ਨਹੀਂ ਸੀ ਜਗਾਇਆ। ਦੀਵਾ ਮੇਰਾ ਏਕ ਨਾਮ, ਇਹ ਅਸੀਂ ਕੀਤਾ ਹੀ ਨਹੀਂ ਸੀ। ਨਾਮ ਤੇਰੀ ਕੀ ਜੋਤ ਜਗਾਈ, ਤਾਂ ਉੱਥੇ ਤਾਂ ਅੰਦਰ ਸਿਰਫ ਚਾਨਣਾ ਹੀ ਰਹਿ ਜਾਂਦਾ, ਹਨੇਰਾ ਤਾਂ ਹੁੰਦਾ ਹੀ ਨਹੀਂ, ਹਉਮੈ ਤਾਂ ਹੁੰਦੀ ਨਹੀਂ। ਹੁਣ ਇਹ ਮਨ ਨੇ ਆਪਣੀ ਅੰਧੇਰਾ, ਆਪਣੀ ਹਉਮੈ ਐਵੇਂ ਦੂਰ ਕੀਤੀ ਸੀ, ਕਿਉਂਕਿ ਪਾਰ ਬ੍ਰਹਮ ਨੂੰ ਸੱਚ ਕਰਕੇ ਜਾਣਿਆ। ਹੁਣ ਮਨ ਕੀ ਕਰਦਾ ਹੈ, ਹੁਣ ਮਨ ਆਪਣੇ ਸਾਰਿਆਂ ਨੂੰ, ਅੰਦਰਲੇ ਵਸਦੇ ਜੀਆਂ ਜਨਤਾ ਨੂੰ, ਉਹਨਾਂ ਨੂੰ ਵੀ ਉਹਨਾਂ ਦੀ ਹਉਮੈ ਇਸ ਤਰੀਕੇ ਨਾਲ ਹੀ ਮਾਰ ਕੇ ਆਪਣੇ ਨਾਲ ਮਿਲਾ ਲੈਂਦਾ। ਕਿਉਂ? ਹੁਣ ਮਨ ਆਪ ਆਪਣੇ ਨਾਲ ਕਿਉਂ ਮਿਲਾਉਂਦਾ? ਮਨ ਆਪ ਤਾਂ ਖਤਮ, ਉਹ ਸਤਿਗੁਰੂ ਜੀ ਹੀ ਮਿਲਾ ਰਹੇ ਹੁੰਦੇ ਨੇ, ਸੱਚ ਹੀ। ਮਨ ਤਾਂ ਸੱਚ ਸਮਾ ਗਿਆ, ਭਾਵ ਅੰਦਰ ਹੁਣ ਸੱਚ ਵਰਸ ਰਿਹਾ, ਤੇ ਸੱਚ ਵਿੱਚ ਸੱਚ ਹੀ ਸਮਾ ਰਿਹਾ, ਹੁਣ ਸੱਚ ਹੀ ਆਪ ਬੋਲਦਾ। ਉਸੇ ਨੂੰ ਕਹਿੰਦੇ ਨੇ ਨਾਨਕ ਵੱਡਾ ਆਖੀਐ, ਉਹ ਸੱਚ ਹੀ ਆਖਦਾ, ਹੁਣ ਮਨ ਨਹੀਂ ਆਖ ਰਿਹਾ। ਮਨ ਤਾਂ ਸਮਾ ਗਿਆ, ਮਨ ਦੀ ਹੋਂਦ ਤਾਂ ਖਤਮ। ਉਹ ਜਦੋਂ ਸੱਚ ਬੋਲਦਾ ਹੈ, ਉਸੇ ਨੂੰ ਕਹਿੰਦੇ ਨੇ ਉਹ ਸੱਚ ਬੋਲਾ ਜਾਂਦਾ। ਪਿਛਲੇ ਬੰਦ ਦੀ ਅਖੀਲੀ ਤੁਕ ਵਿੱਚ ਆ ਰਿਹਾ ਸੀ, ਸਦਾ ਆਨੰਦ ਸੱਚੇ ਗੁਣ ਗਾਵੇਂ, ਸੱਚ ਬਾਣੀ ਬੋਲਾਏਂਦਾ। ਉਹ ਹੁਣ ਅੰਦਰ ਸੱਚ ਹੀ ਬੋਲਦਾ ਹੈ, ਮਨ ਨਹੀਂ ਬੋਲਦਾ, ਸੱਚ ਬੋਲਦਾ ਹੈ। ਤੇ ਆਪਣੇ ਜੀਆਂ ਜਨਤਾ ਨੂੰ ਵੀ ਸੱਚ, ਉਹਨਾਂ ਦੀ ਹਉਮੈ ਮਾਰ ਕੇ, ਭਾਵ ਉਹਨਾਂ ਨੂੰ ਇਹ ਰਿਅਲਾਈਜ਼ ਕਰਵਾਉਂਦਾ ਵੀ ਤੁਸੀਂ ਵੀ ਜਾਣੋ ਸੱਚ ਪਰਮਾਤਮਾ ਹੁੰਦਾ। ਤੇ ਉਹਨਾਂ ਨੂੰ ਸੱਚ ਦੇ ਵਿੱਚ ਜਿਸ ਤਰ੍ਹਾਂ ਆਪ ਸੇਮ ਤਰੀਕੇ ਨਾਲ ਮਿਲਿਆ ਸੀ, ਉਸੇ ਤਰ੍ਹਾਂ ਉਹਨਾਂ ਨੂੰ ਵੀ ਸੱਚ ਵਿੱਚ ਮਿਲਾਉਂਦਾ ਹੈ। ਹਾਂਜੀ, ਨੈਕਸਟ ਅੱਗੇ ਪਾਠ ਕਰ ਲਈਏ। ਜੀ ਵੀ ਜੀ ਪਲੀਜ਼ ਜੀ। ਮਨ ਕਠੋਰ ਦੂਜੈ ਪਾਏ ਲਾਗਾ, ਪਰਮੇ ਪੂਲਾ ਫਿਰੈ ਅਪਾਗਾ, ਕਰਮ ਹੋਏ ਤਾਂ ਸਤਿਗੁਰ ਸੇਵੇ, ਸਹਿਜੇ ਹੀ ਸੁਖ ਪਾਏਂਦਾ। ਇੱਥੇ ਗੱਲ ਚਲਦੀ ਪਈ ਹੈ, ਮਨ ਕਠੋਰ ਦੂਜੇ ਪਾਏ ਲਾਗੇ। ਅਸੀਂ ਕੱਲ ਇੱਕ ਪੜ੍ਹ ਕੇ ਆਏ ਸੀ, ਕਹਿੰਦਾ ਮਨ ਤਨ ਸ਼ੀਤਲ ਗੁਰ ਚਰਣੀ ਲਾਗਾ। ਇੱਕ ਚਰਣੀ ਲਾਗਾ, ਇੱਕ ਦੂਜੇ ਪਾਏ ਲਾਗਾ। ਚਰਣੀ ਅਸੀਂ ਕਹਿੰਦੇ ਹਾਂ ਬਾਣੀ ਦੀ ਵਿਚਾਰਧਾਰਾ, ਦੂਜੇ ਪਾਏ ਪਾਓ, ਬਾਕੀ ਜਿਹੜੀ ਦੂਜੀ ਵਿਚਾਰਧਾਰਾ ਜਿਹੜੀ ਗੁਰਮਤਿ ਦੇ ਨਾਲ ਮੈਚ ਨਹੀਂ ਹੁੰਦੀ, ਕਹਿੰਦਾ ਉਹ ਮਨ ਕਠੋਰ ਹੋ ਵੀ ਜਾਂਦਾ। ਉਹਨੂੰ ਤੁਸੀਂ 10 ਐਗਜ਼ਾਮਪਲ, ਉਹ ਕਹਿੰਦਾ ਝਗੜਾ ਕਰਦੇ ਆ ਅੰਤਨ ਗੁਜ਼ਰੇ, ਸ਼ਬਦ ਨਾ ਕਰੇ ਵਿਚਾਰ। ਤੁਸੀਂ ਉਹਨੂੰ ਦਿਖਾ ਦਿਓ ਵੀ ਉਹ ਅੱਖੀ ਡਿਠੜੀਆਂ, ਵੀ ਉਹਨੂੰ ਦਿਖਾ ਵੀ ਦਿਓ ਵੀ ਇਹ ਦੇਖੋ ਇੱਥੇ ਇਹ ਸ਼ਬਦ ਇੱਕਨ ਕਹਿ ਰਿਹਾ, ਸ਼ਬਦ ਇੱਕਨ ਕਹਿ ਰਿਹਾ, ਸ਼ਬਦ ਇੱਕਨ ਕਹਿ ਰਿਹਾ, ਫਿਰ ਵੀ ਉਹ ਬੰਦਾ ਮੰਨਣ ਨੂੰ ਤਿਆਰ ਨਹੀਂ। ਉਹ ਦੂਜੇ ਭਾਏ ਵਿੱਚ, ਉਹ ਦੂਜੇ ਸਿਧਾਂਤ ਵਿੱਚ ਜਿਹੜੇ ਗੁਰਮਤਿ ਤੋਂ ਉਲਟ ਨੇ, ਉਹਨਾਂ ਦੇ ਨਾਲ ਇਤਨਾ ਉਹ ਇੰਡਲਜ ਹੋ ਚੁੱਕਾ ਹੈ, ਕਹਿੰਦਾ ਉਹ ਕਠੋਰ ਬਣ ਜਾਂਦਾ ਹੈ। ਉਹ ਛੱਡਣ ਨੂੰ ਵੀ ਤਿਆਰ ਨਹੀਂ। ਜਿਹੜੇ ਬੰਦੇ ਕੋਲ ਜਿਹੜੇ ਕੁੰਭ ਭਰ ਕੇ ਰੱਖੀ ਜਾਂਦੇ ਨੇ, ਜਿਹੜੇ ਘਿਓ ਦੀਆਂ ਜੋਤਾਂ ਜਗਾ, ਉਹਨਾਂ ਨੂੰ ਤੁਸੀਂ ਕਹਿ ਕੇ ਦੇਖੋ, ਉਹਨਾਂ ਨੂੰ ਕਹੋ ਵੀ ਉਹ ਦੂਜੇ ਭਾਈ ਨਾਲ ਲੱਗ ਚੁੱਕੇ ਨੇ, ਉਹ ਚਰਣੀ ਲੱਗੇ ਹੋਏ ਨਹੀਂ ਨੇ, ਉਹ ਸ਼ਬਦ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਨਹੀਂ ਨੇ। ਉਹਨਾਂ ਨੂੰ ਕਿਸੇ ਨੇ ਸਮਝਾ ਦਿੱਤਾ ਕਿ ਇਹ ਕੰਮ ਚੰਗਾ ਹੈ, ਉਹ ਦੂਜੇ ਉਹਦੇ ਪਿਆਰ ਵਿੱਚ ਪੈ ਕੇ ਨਾ ਉਹ ਜਿਹੜਾ ਨਾ ਉਹ ਕਠੋਰ, ਕਬੀਰ ਸਾਹਿਬ ਦਾ ਸ਼ਬਦ ਕਹਿੰਦਾ ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਚਿਆ ਜਾ। ਜਿਹੜਾ ਬੰਦਾ ਮਨ ਦਾ ਕਠੋਰ ਹੋ ਜਾਂਦਾ ਹੈ ਨਾ, ਤਾਂ ਉਹ ਕਹਿੰਦਾ ਵੀ ਜਿਹੜਾ ਗੁਰਮਤਿ ਨਾਲ ਇੱਕ ਹੋਰ ਸਿਧਾਂਤ ਤੇ ਜਿਹੜਾ ਵੀ ਕੋਈ ਖਾਸ ਥਾਨ ਪਵਿੱਤਰ ਨਹੀਂ ਹੁੰਦਾ। ਜੇ ਤੂੰ ਕਠੋਰ ਮਨ ਦੇ ਨਾਲ ਜੇ ਤੂੰ ਰਿਹਾ ਇੱਥੇ, ਕਹਿੰਦਾ ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਚਿਆ ਜਾਏ। ਹਰ ਕਾ ਸੰਤ ਮਰੇ ਹਡੰਬੇ, ਤਾਂ ਸਗਲੀ ਸੈਨ ਤਰਾਈ। ਕਹਿੰਦੇ ਵੀ ਉਹ ਮਨ ਕਠੋਰ ਬਣ ਜਾਂਦਾ ਕਦੋਂ? ਉਹ ਬਾਣੀ ਚ ਨਹੀਂ ਜੁੜਦਾ ਪਿਆ, ਉਹ ਦੂਜੇ ਭਾਏ ਦੇ ਨਾਲ, ਗੁਰਮਤਿ ਤੋਂ ਉਲਟੇ ਸਿਧਾਂਤ ਨੇ। ਅਸੀਂ ਦੇਖੋ ਬੰਦਾ ਕਹਿੰਦਾ ਅੱਛਾ ਵੀ ਅਖੰਡ ਪਾਠ ਸਾਹਿਬ ਦਾ ਗੁਰਬਾਣੀ ਤੋਂ ਸਿਧਾਂਤ ਕੋਈ ਲੱਭ ਕੇ, ਗੁਰਬਾਣੀ ਤੋਂ ਬਾਹਰ ਗੁਰਮਤਿ ਨਹੀਂ ਹੈ। ਅਸੀਂ ਜਦੋਂ ਵੀ ਕਿਸੇ ਗੱਲ ਨੂੰ ਕਹੀਏ ਕਿ ਇਹ ਗੁਰਮਤ ਹੈ, ਸਾਨੂੰ ਉਹਦੇ ਨਾਲ ਗੁਰਬਾਣੀ ਦੇ 2, 5, 10 ਸਾਨੂੰ ਸਟੇਟਮੈਂਟਸ ਰੱਖਣੇ ਹੀ ਪੈਣਗੇ। ਵੀ ਜਸਟ ਕੈਨੋਟ ਮੇਕ ਅ ਬਲਾਈਂਡ ਸਟੇਟਮੈਂਟ ਕਿ ਇਹ ਗੁਰਮਤ ਹੋ ਰਿਹਾ, ਗੁਰਮਤ ਨਹੀਂ। ਇਹਦੇ ਫਿਰ ਸਾਡੇ ਇਹਦੇ ਮਨਮੁਖਤਾ ਹੀ ਹੈ। ਮਨਮੁਖ ਬੰਦਾ ਕੋਈ ਚੋਰ ਡਾਕੂ ਰੇਪਿਸਟ ਥੋੜੀ ਨਾ ਹੈ। ਮਨਮੁਖ ਬੰਦਾ ਉਹ ਹੈ ਜੋ ਆਪਣੇ ਮਨ ਦੀ ਅਗਵਾਈ ਵਿੱਚ ਭਾਵੇਂ ਕਰਦਾ ਧਾਰਮਿਕ ਕਿਰਿਆ ਹੀ ਪਿਆ, ਉਹ ਆਪਣੇ। ਤੇ ਜਦੋਂ ਅਸੀਂ ਕਹੀਏ ਕਿ ਇਹ ਗੁਰਮਤ ਹੈ, ਗੁਰਮਤ ਨਹੀਂ ਹੈ, ਇਹ ਸਾਡੀ ਪ੍ਰਿਵਿਲੇਜ ਨਹੀਂ ਹੈ, ਇਹ ਸਾਡੀ ਡਿਊਟੀ ਹੈ ਕਿ ਅਸੀਂ ਜਿਸ ਚੀਜ਼ ਨੂੰ, ਕਈ ਚੀਜ਼ਾਂ ਚੱਲਦੀਆਂ ਨੇ, ਅੱਛਾ ਬਾਲਟੀ ਹੇਠਾਂ ਨਹੀਂ ਰੱਖਣੀ, ਅੱਛਾ 5 ਪੈਰਾਂ ਨੂੰ ਅਸੀਂ ਨੰਗੇ ਪੈਰੀ ਟੁਰਾਉਂਦੇ ਹਾਂ। ਬੰਦਾ ਕਹੇ ਗੁਰਬਾਣੀ ਤੋਂ ਦੱਸ ਦਿਓ ਵੀ ਨੰਗੇ ਪੈਰੀ ਜਾਣਾ ਧਰਮ ਦੀ ਕਿਰਿਆ ਹੈ। ਤਕਰੀਬਨ ਹਰ ਥਾਂ ਦੇ ਉੱਤੇ ਜਿਹੜੇ 5 ਪੈਰੇ ਜਾਣਗੇ, ਅੱਛਾ ਉਹਨਾਂ ਜਿਹੜੇ ਬੰਦੇ ਮਿਲਣ ਨੂੰ ਆਉਣਗੇ, ਰੋਡ ਗਿੱਲਾ ਪਿਆ ਹੁੰਦਾ ਹੈ, ਕਈ ਬੰਦੇ ਸ਼ੂਜ਼ ਨਾਲ ਚੱਲਦੇ ਹੁੰਦੇ, ਅਸੀਂ ਕਹਿੰਦੇ ਵੀ
ਤੁਸੀਂ ਜੋੜੇ ਬਾਹਰ ਲਾ ਕੇ ਉਹਨਾਂ ਦੇ ਵਿਚਾਰਾਂ ਦੇ ਸੌਕਸ ਪੂਰੇ ਗਿੱਲੇ ਹੋ ਜਾਂਦੇ ਨੇ। ਅੰਦਰ ਕਿਹੜਾ ਗੁਰਮਤ ਹੈ? ਕੋਈ ਹੈ ਨਹੀਂ। ਲੇਕਿਨ ਫਿਰ ਵੀ ਉਹ ਬੰਦੇ ਅੱਛਾ ਇਤਨੇ ਕਠੋਰ ਹੁੰਦੇ ਨੇ, ਉਹਨਾਂ ਨੂੰ ਕਹੋ ਤੁਸੀਂ ਉਹ ਬਿਲਕੁਲ ਉਹ ਹਿੱਲਣ ਨੂੰ ਤਿਆਰ ਨਹੀਂ। ਕਿਉਂ? ਕਿਉਂਕਿ ਦੂਜੇ ਭਾਈ ਦੇ ਨਾਲ ਪਿਆਰ ਪਿਆ ਹੋਇਆ। ਜੇ ਚਰਣੀ ਲੱਗੇ ਹੁੰਦੇ ਕਹਿੰਦੇ ਫਿਰ ਮਨ ਤਨ ਸ਼ੀਤਲ ਹੋ ਜਾਣਾ ਸੀ। ਦੂਜੇ ਭਾਈ ਦੇ ਨਾਲ ਜੁੜੇ ਹੋਏ ਨੇ, ਕਹਿੰਦੇ ਵੀ ਮਨ ਕਠੋਰ ਦੂਜੇ ਭਾਈ ਲਾਗਾ, ਕਹਿੰਦੇ ਭਰਮੈ ਭੂਲਾ। ਉਹ ਭਟਕਣਾ ਵਿੱਚ ਹੀ ਪਿਆ। ਜੋ ਧਰਮ ਨਹੀਂ, ਅਸੀਂ ਕਹਿੰਦੇ ਭਰਮ ਹੈ ਕਿ ਜੋ ਧਰਮ ਨਾ ਹੋਵੇ ਉਹਨੂੰ ਧਰਮ ਸਮਝ ਲਈਏ। ਉਹਦੇ ਪ੍ਰਥਾਈ ਉਦੋਂ ਫਜ਼ੂਲ ਦੇ ਕੰਮ ਉਹ ਕਹਿੰਦਾ ਭਰਮੈ ਭੂਲਾ ਸਾਕਤ ਫਿਰਤਾ ਨੀਰ ਬਿਰੋਲੇ ਖਪ ਖਪ ਮਰਤਾ। ਪਾਣੀ ਵਿੱਚ ਮਧਾਨੀ ਮਾਰਿਆ ਕੀ ਨਿਕਲੇਗਾ? ਉਹ ਕਰਮ ਕੀਤੇ ਆ ਵੀ ਉਹ ਕੰਨ ਨਹੀਂ ਸੋ ਗਾਹਣ ਲਾਗੇ, ਧਾਏ ਧਾਏ ਦੁੱਖ ਪਾਈ। ਜਿਸ ਕਰਮ ਵਿੱਚ ਕਣੀ ਨਹੀਂ ਸੀ ਉਹਦੇ ਵਾਸਤੇ ਮਿਹਨਤ ਕਹਿੰਦੇ ਭਰਮੈ ਭੂਲਾ ਸਾਕਤ ਫਿਰਤਾ। ਉਹ ਮਿਹਨਤ ਬਹੁਤ ਕਰਦੇ ਨੇ। ਤੁਸੀਂ ਦੇਖੋ ਉਹਨਾਂ ਨੂੰ ਜਿਹੜੇ ਅੱਜ ਸੜਕਾਂ ਦੇ ਉੱਤੇ ਅਸੀਂ ਝਾੜੂ ਲਾਏ ਜਾਂਦੇ ਪਿਆ, ਉਹ ਕੀ ਉਸ ਚੋਂ ਬੈਨੀਫਿਟ ਕੀ ਲੋਗੇ ਤੁਸੀਂ ਉਸ ਚੋਂ? ਸੜਕ ਫਿਰ ਇੱਕ ਤੇ ਉੱਤੇ ਮਲੀਦਾ ਪਾ ਦਿੰਦੇ, ਫੁੱਲ ਸੱਟੇ, ਦੂਜਾ ਉਸ ਤੋਂ ਬਾਅਦ ਗੱਡੀ ਸਕੇਟਿੰਗ ਦਾ ਚਾਂਸ ਹੋ ਗਿਆ। ਅਸੀਂ ਇਹਨੂੰ ਧਰਮ ਸਮਝ ਲਿਆ ਔਰ ਫਿਰ ਬੜੇ ਕਠੋਰ ਕਿ ਨਹੀਂ ਇਹ ਹੀ ਧਰਮ ਹੈ, ਇਹ ਹੀ ਠੀਕ ਹੈ। ਵੀ ਕਹਿੰਦੇ ਭਰਮੇ ਭੂਲਾ ਸਾਕਤ ਫਿਰਤਾ ਨੀਰ ਬਿਰੋਲੇ। ਉਹ ਪਾਣੀ ਵਿੱਚ ਮਧਾਨੀ ਮਾਰਨ ਵਾਲੇ ਕੰਮ ਪਿਆ ਕਰਦਾ ਹੈ। ਕਹਿੰਦਾ ਖੱਪ ਖੱਪ ਮਰਤਾ। ਇੱਥੇ ਉਹ ਕਹਿੰਦੇ ਵੀ ਭਰਮੇ ਭੂਲਾ ਫਿਰਿਆ ਭਾਗਾ। ਉਹਨੇ ਆਪਣੇ ਭਾਗ ਅੱਛੇ ਬਣਾਏ ਨਹੀਂ। ਉਹ ਜਿਹੜਾ ਅਸੀਂ ਕਹਿੰਦੇ ਵੀ ਉਹ ਜੇ ਹੋਈ ਪੂਰਬ ਲਿਖਿਆ, ਜੇ ਬਾਣੀ ਪੜ੍ਹੀ ਹੁੰਦੀ, ਮਿਹਨਤ ਕੀਤੀ ਹੁੰਦੀ, ਸ਼ਬਦ ਨੂੰ ਪੜ੍ਹਨ ਸਮਝਣ ਦੇ ਉੱਤੇ ਜੇ ਕੋਈ ਟਾਈਮ ਐਨਰਜੀ ਸਪੈਂਡ, ਟਾਈਮ ਕਿਤੇ ਲਗਾ ਰਹੇ ਆ ਵੀ ਇੱਕ ਹਫ਼ਤਾ ਜੇ ਅਸੀਂ ਛੁੱਟੀ ਲੈ ਕੇ ਦਰਬਾਰ ਸਾਹਿਬ ਚੱਲਦੇ ਹਾਂ, ਉੱਥੇ ਜਾ ਕੇ ਵੀ ਕੀ ਕਰਨੇ ਪਿਆ? ਉੱਥੇ ਜਾ ਕੇ ਬਸ ਉਹ ਅੱਛਾ ਸਵੇਰ ਦਾ ਟਾਈਮ ਇੱਕ ਵਾਰ ਜਾ ਕੇ ਆ ਗਏ, ਫਿਰ ਸਾਰਾ ਦਿਨ ਜਿਹੜਾ ਹੈ ਨਾ ਉਹ ਸ਼ਾਪਿੰਗ ਤੇ ਦੂਜਾ ਤੀਜਾ ਕੰਮ। ਉਹ ਗੁਰੂ ਉਹਨੂੰ ਇਹ ਭਾਗਾ ਕਹਿੰਦੇ, ਉਹਨਾਂ ਨੇ ਆਪਣੇ ਭਾਗ ਬਣਾਏ ਨਹੀਂ। ਕਿਸੇ ਚੀਜ਼ ਵਿੱਚ ਵੀ ਨਾ ਆਪਣੇ ਭਾਗ ਬਣਾਉਣੇ ਪੈਂਦੇ ਨੇ। ਜਦੋਂ ਤੁਸੀਂ ਸਟੇਕ ਹੋਲਡਰ ਹੋ ਜਾਓ ਨਾ, ਹੁੰਦਾ ਜਿੰਨੇ ਸਟੇਕ ਥੋੜਾ ਵੱਧਦੇ ਜਾਂਦਾ ਉਹਦੇ ਅੰਦਰ, ਤੁਹਾਡੀ ਉਤਨੀ ਯੂ ਬਿਕਮ ਮੋਰ ਐਂਡ ਮੋਰ ਉਸ ਸੰਸਥਾ ਨੂੰ ਤੁਸੀਂ ਜ਼ਿਆਦਾ ਬਿਲੋਂਗ ਕਰਨਾ ਸ਼ੁਰੂ ਕਰ ਦਿੰਦੇ ਹੋ। ਕਹਿੰਦੇ ਲੇਕਿਨ ਜਿਹੜਾ ਬੰਦਾ ਬਾਣੀ ਨਾਲ ਨਹੀਂ ਜੁੜਦਾ, ਦੂਜੇ ਭਾਈ ਨਾਲ ਜੁੜਿਆ ਹੋਇਆ, ਕਹਿੰਦਾ ਭਰਮੇ ਭੁਲਾ, ਉਹ ਭਰਮ ਪਿਆ ਹੋਇਆ, ਭੁੱਲਿਆ ਹੈ ਬੰਦਾ, ਉਹ ਭਾਗਾ ਬੰਦਾ ਇਹਨਾਂ ਨਾਲ ਉਹ ਟੱਕਰਾਂ ਹੀ ਖਾਂਦਾ ਰਹਿੰਦਾ ਹੈ। ਕਹਿੰਦਾ ਕਰਮ ਹੋਵੇ ਤਾਂ ਸਤਿਗੁਰ ਸੇਵੈ। ਦੇਖੋ ਜਿਹੜਾ ਇੱਕ ਐਸਪੈਕਟ ਇਸ ਤੋਂ ਜਿਹੜਾ ਪਰਮਪਾਲ ਵੀਰ ਜੀ ਗੱਲ ਕਰਕੇ ਆਏ ਨੇ ਕਿ ਵੀ ਕਰਮ ਤੇ ਅਸੀਂ ਕਰਨੇ ਨੇ, ਲੇਕਿਨ ਕਰਮਾਂ ਦੀ ਪਕੜ ਨਹੀਂ ਰੱਖਣੀ। ਕਰਮ ਕਰਤ ਹੋਵੇ ਨੈ ਕਰਮ, ਫਲ ਦੀ ਇੱਛਾ ਅਸੀਂ ਨਹੀਂ ਰੱਖ ਸਕਦੇ। ਉਹ ਮਾਲਕ ਦੇਗਾ, ਉਹਦਾ ਸੁਭਾਅ ਉਹ ਦੇਗਾ। ਆਸਾ ਭੀਤਰ ਰਹੇ ਨਿਰਾਸ਼ਾ ਤੋ ਨਾਨਕ ਏਕ ਮਿਲੇ। ਇਹ ਨਹੀਂ ਕਿ ਕੰਮ ਨਹੀਂ ਕਰਨਾ, ਲੇਕਿਨ ਕੰਮ ਕਰੇ ਬਾਅਦ ਇਹ ਡਿਮਾਂਡ ਨਹੀਂ ਕਰਨੀ ਕਿ ਮੈਂ ਕੰਮ ਕੀਤਾ ਸੀ। ਸਾਰੇ ਕਿਤੇ ਦਾ ਨਾ ਸਾਰਾ ਉਹ ਜ਼ੀਰੋ ਕਰਕੇ ਬਹਿ ਜਾਏਗਾ। ਮੈਂ ਸਵੇਰੇ ਉੱਠਦਾ ਸੀ, ਮੈਂ ਇਤਨੇ ਨਿਤਨੇਮ ਦੇ ਪਾਠ ਕਰਨਾ ਵਾ, ਮੈਂ ਇਤਨਾ ਟਾਈਮ ਇਹ ਕਰਨਾ ਵਾ, ਕੋਈ ਅਹਿਸਾਨ ਨਹੀਂ। ਉਹ ਤੂੰ ਬਿਲਕੁਲ ਉਹ ਕਹਿੰਦੇ ਵੀ ਕਰਮ ਹੋਵੇ, ਇਹ ਰੱਬ ਦੀ ਬਖਸ਼ਿਸ਼ ਹੈ। ਜਿਹੜਾ ਸਾਨੂੰ ਸਤਿਗੁਰੂ ਮਿਲਦਾ ਹੈ ਨਾ, ਇਹ ਸਤਿਗੁਰੂ ਦੀ ਬਖਸ਼ਿਸ਼ ਹੈ। ਕਹਿੰਦਾ ਫਿਰ ਸਹਿਜੇ ਹੀ ਸੁਖ ਪਾਏਂਦਾ। ਫਿਰ ਤੇਰਾ ਜੀਵਨ ਜਿਹੜਾ ਹੈ ਨਾ, ਅਸੀਂ ਕਹਿੰਦੇ ਵੀ ਸਹਿਜ ਉਹ ਅਵਸਥਾ ਹੈ ਜਿੱਥੇ ਤੁਹਾਨੂੰ ਕੋਈ ਚੀਜ਼ ਸੋਚ ਸਾਚ ਕੇ ਨਹੀਂ ਲੈਣੀ ਪੈਂਦੀ, ਜੋ ਇੰਟੂਟਿਵਲੀ ਹੁੰਦੀ ਹੈ। ਤੁਸੀਂ ਕੋਈ ਚੀਜ਼ ਕਰਨੀ ਹੈ, ਕਦੀ ਮਤਲਬ ਜੇ ਲੇਡੀਜ਼ ਨੇ ਕਦੀ ਫੁਲਕਾ ਪਕਾਉਂਦੇ ਸਮੇਂ ਸੋਚਿਆ ਉਹਨਾਂ ਨੇ ਹੁਣ ਫਿਰਾ ਦੇਵਾਂ, ਹੁਣ ਚੁੱਕ ਲਵਾਂ, ਹੁਣ ਪਲਟੀ ਕਰ ਦੇਵਾਂ। ਅਸੀਂ ਕਦੀ ਗੱਡੀ ਚਲਾਉਂਦੇ ਸੋਚਿਆ ਹੀ ਨਹੀਂ ਕਿ ਕਦੀ ਐਕਸਲੇਟਰ ਵਧਾ ਦੇਵਾਂ, ਘੱਟ ਕਰ ਦੇਵਾਂ, ਬ੍ਰੇਕ ਦਬਾਵਾਂ। ਜਿਸ ਤਰ੍ਹਾਂ ਦੇ ਹਾਲਾਤ ਸਾਹਮਣੇ ਕੋਈ ਬੱਚਾ ਆ ਜਾਏ, ਇਮੀਡੀਏਟਲੀ ਸਾਡੀ ਐਕਸਲੇਟਰ ਘੱਟ ਹੋ ਜਾਏਗਾ, ਕਲਚ ਦਬ ਜਾਏਗਾ, ਬ੍ਰੇਕ ਦਬ ਜਾਏਗੀ। ਤੇ ਗੁਰੂ ਕਹਿੰਦੇ ਤੇਰਾ ਜੀਵਨ ਵੀ ਅਸੀਂ ਬੇਗਮਪੁਰਾ ਸ਼ਹਿਰ ਕੋ ਨਾ, ਫਿਜ਼ੀਕਲ ਸਟੇਟ ਨਹੀਂ ਹੈ। ਅਸੀਂ ਜਦੋਂ ਸਵਰਗ ਨਰਕ ਦੀ ਗੱਲ ਪੇ ਕਰਨਾ, ਦੇ ਆਰ ਕਨਸੈਪਟਸ। ਜਦੋਂ ਅਸੀਂ ਕਹਿੰਦੇ ਕਿ ਸਵਰਗ ਨਰਕ ਮੰਨਣਾ ਪਏਗਾ, ਇਸ ਗੁਰੂ ਵੀ ਕਹਿੰਦਾ ਪਿਆ ਨਾ ਵੀ ਉਹ ਜਿਨ੍ਹਾਂ ਨੂੰ ਨਹੀਂ ਮਿਲਿਆ ਉਹਦਾ ਜੀਵਨ ਨਰਕ ਹੈ। ਵੀ ਉਹ ਸ਼ਬਦ ਆਉਂਦਾ ਵੀ ਉਹ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ। ਨਰਕ ਇਜ਼ ਅ ਕਨਸੈਪਟ। ਨਾ ਬੇਗਮਪੁਰਾ ਕੋਈ ਜਗ੍ਹਾ ਹੈ, ਨਾ ਨਰਕ ਕੋਈ ਜਗ੍ਹਾ ਹੈ, ਨਾ ਸੁਰਗ ਕੋਈ ਜਗ੍ਹਾ ਹੈ। ਜਦੋਂ ਗੁਰੂ ਕਹਿੰਦਾ ਪਿਆ ਨਾ, ਉਹ ਕਨਸੈਪਟ ਦੀ ਗੱਲ ਕਰ, ਗੁਰੂ ਦੇ ਕਨਸੈਪਟ ਵੀ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ। ਅਸੀਂ ਕੀ ਕਹਾਂਗੇ ਨਰਕ ਕੋਈ ਫਿਜ਼ੀਕਲ ਜਗ੍ਹਾ ਹੈ ਇੱਥੇ? ਨਹੀਂ। ਗੁਰੂ ਤੇ ਇੱਕ ਤਕਲੀਫ ਭਰਿਆ ਜੀਵਨ ਉਹ ਨਰਕ ਹੈ। ਦੁੱਖਾਂ ਤਕਲੀਫਾਂ ਭਰਿਆ ਜੀਵਨ ਜਿਹੜਾ ਗੁਰੂ ਕਹਿੰਦਾ ਅੱਗੇ ਨਰਕ, ਅੱਗੇ ਦੋਜਕ ਤਪਿਆ ਸੁਣੀਏ, ਤੇ ਤੇਰਾ ਅਗਲਾ ਜੀਵਨ ਨਾ ਬੜਾ ਨਰਕ ਵਾਲਾ ਜੀਵਨ ਹੋ ਜਾਏ। ਇਟ ਇਜ਼ ਨਾਟ ਅ ਫਿਜ਼ੀਕਲ ਪਲੇਸ। ਨਾ ਜੰਪੁਰ ਕੋਈ ਫਿਜ਼ੀਕਲ ਪਲੇਸ ਹੈ, ਨਾ ਬੇਗਮਪੁਰਾ ਕੋਈ ਫਿਜ਼ੀਕਲ ਪਲੇਸ ਹੈ, ਨਾ ਸਵਰਗ ਕੋਈ ਫਿਜ਼ੀਕਲ ਪਲੇਸ ਹੈ। ਲੇਕਿਨ ਗੁਰੂ ਨੇ ਤੇ ਗੱਲ ਕਰਨੀ, ਗੁਰੂ ਨੇ ਕੋਈ ਨਾ ਕੋਈ ਚੀਜ਼ ਸਮਝਾਣੀ ਹੈ ਸਾਨੂੰ। ਤੇ ਸਾਡੇ ਮਨ ਵਿੱਚ ਉਹ ਕਹਿੰਦੇ ਵੀ ਉਹ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ। ਸੋ ਵੀ ਕੈਨੋਟ ਸੇ ਕਿ ਨਰਕ ਕਰਕੇ
ਐਜ਼ ਅ ਕਨਸੈਪਟ ਨਰਕ ਜ਼ਰੂਰ ਹੈ, ਤੇ ਇੱਥੇ ਵੀ ਕਿ ਉਹ ਕਹਿੰਦੇ ਵੀ ਉਹ ਸਹਿਜ ਹੀ ਸੁਖ ਪਾਉਂਦਾ, ਤੇਰਾ ਜੀਵਨ ਸਹਿਜ ਵਿੱਚ ਹੀ ਸੁਖੀ ਰਹੇਗਾ। ਜਿਹੜੀ ਬੇਗਮਪੁਰਾ ਵਾਲੀ ਅਵਸਥਾ ਹੈ ਨਾ, कोई फिजिकल अवस्था नहीं है, फिजिकल जगह नहीं है, लेकिन तेरा मन, क्योंकि मन भी फिजिकल है ही, जेड़ा फिजिकल ही नहीं और फिजिकल जगह ते जाके रहेगा कि तेरा मन हमेशा खिड़े वाली अवस्था, चढ़दी कला वाली अवस्था विच हमेशा बनिया रहे। हाँ जी हाँ जी जी, बहुत सोहना वीर जी ने व्याख्या की। ਆਪਾਂ छोटा जिहा मन कठोर दूजे पाए लागा, कि मन ਜਿਹੜਾ ਇਹ कठोर किवें हुंदा है कि जन्म जन्म की इस मन को मल लागी, काला हुआ स्या मन कठोर है और दूजे पाए लागा, ये दुई द्वैत विच रहिंदा है। पाव परमेश्वर एक है, बाकी सब दूसरा है, और दूसरेपन च रहिंदा है, इस करके ये कठोर रहिंदा है। तो गुरु साहब ने ये कहा सी कि मन नूं निर्मल होना ही धर्म है, ਤੇ ਇਹ ਧਰਮ ਹੀ ਉਹਨੇ ਸਾਰੀ ਦੁਨੀਆ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਇੱਕੋ ਹੀ ਧਰਮ ਹੈ ਸਾਰੀ ਦੁਨੀਆ ਦਾ ਧਰਮ ਦੇ ਨਾਂ ਤੇ। ਜਿਵੇਂ ਹੁਣ ਸੁਖਵਿੰਦਰ ਵੀਰ ਜੀ ਨੇ ਕਿਹਾ ਸੀ ਵੀ ਕਰਮ ਧਰਮ ਪਾਖੰਡ ਜੋ ਦਿਸੈ, ਤਾਂ ਗੁਰੂ ਸਾਹਿਬ ਨੇ ਕਿਹਾ ਧਰਮ ਕਿਹੜਾ ਹੈ, ਉਹ ਜਪਜੀ ਸਾਹਿਬ ਸ਼ੁਰੂ ਚ ਦੱਸ ਦਿੱਤਾ ਕਿ ਧੌਲ ਧਰਮ ਦਇਆ ਕਾ ਪੂਤ, ਕਿ ਉਹ ਧੌਲ ਧਰਮ ਜਿਹੜਾ ਉਹ ਦਇਆ ਵਿੱਚੋਂ ਜਿਹੜਾ ਪੈਦਾ ਹੋਏ, ਭਾਵ ਜਿਹਦੇ ਮਨ ਵਿੱਚ ਦਇਆ ਆ ਗਈ, ਔਰ ਦਇਆ ਕਿਸ ਤਰ੍ਹਾਂ ਦੀ ਆ ਗਈ, ਸਾਰੇ ਸਰਬੱਤਰ ਸਾਰੇ ਜੀਆਂ ਦੇ ਉੱਤੇ ਦਇਆ ਆ ਗਈ, ਭਾਵ ਸਾਰਿਆਂ ਵਿੱਚੋਂ ਰੱਬ ਨੂੰ ਵਸਦਾ ਦੇਖਦਾ ਹੈ ਔਰ ਚਾਹੁੰਦਾ ਹੈ ਕਿ ਸਾਰੇ ਸੰਸਾਰ ਸੁਖੀ ਹੋਵੇ। ਤੋ ਇਹ ਨਿਰਮਲ ਮਨ ਦੀ ਪਛਾਣ ਹੈ। ਅਗਰ ਇਸ ਅਵਸਥਾ ਤੋਂ ਉਹ ਬਾਹਰ ਰਹਿੰਦਾ ਹੈ ਤੇ ਉਹ ਕਠੋਰ ਹੈ, ਤੇ ਇਹਨੂੰ ਹੀ ਕਠੋਰ ਹੁੰਦਿਆਂ ਹੋਇਆਂ ਮਨ ਨੂੰ ਲੋਕ ਧਰਮੀ ਸਮਝ ਲੈਂਦੇ ਨੇ, ਔਰ ਉਹਨੂੰ ਫਿਰ ਗੁਰੂ ਸਾਹਿਬ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸੈ, ਉਹ ਫਿਰ ਸਾਰਾ ਕਰਮ ਧਰਮ ਦੇ ਨਾਂ ਤੇ ਜੋ ਕਰਦਾ ਉਹ ਪਖੰਡੇ। ਔਰ ਇਸੇ ਨੂੰ ਗੁਰੂ ਸਾਹਿਬ ਫਿਰ ਕਹਿੰਦੇ ਨੇ ਵੀ ਸਾਰੀ ਦੁਨੀਆ ਜਿਹੜੀ ਉਹ ਇਸੇ ਪਾਸੇ ਤੁਰੀ ਜਾਂਦੀ ਹੈ। ਸਗਲ ਸ੍ਰਿਸ਼ਟ ਇੱਕ ਵਰਣ ਹੋਈ, ਧਰਮ ਕੀ ਗਤ ਰਹੀ। ਧਰਮ ਜਿਹੜਾ ਸੀ ਉਹ ਤੇ ਸਾਰੀ ਦੁਨੀਆ ਦਾ ਇੱਕੋ ਸੀ, ਕਿ ਸਾਰਿਆਂ ਦੇ ਪ੍ਰਤੀ ਦਇਆ ਮਨ ਵਿੱਚ ਭਾਵਨਾ, ਜਿਹਦੇ ਅੰਦਰ ਦਇਆ ਭਾਵਨਾ ਆ ਗਈ ਉਹ ਧਰਮੀ ਹੈ, ਨਹੀਂ ਤੇ ਉਹ ਮਨ ਉਸਦਾ ਕਠੋਰ ਹੈ, ਔਰ ਉਹ ਧਰਮ ਦੇ ਨਾਂ ਤੇ ਜੋ ਕਰ ਰਿਹਾ ਹੈ ਉਹ ਗੁਰੂ ਸਾਹਿਬ ਕਹਿੰਦਾ ਕਰਮ ਧਰਮ ਪਖੰਡ ਜੋ ਦਿਸੈ ਉਹ ਹੈ। ਔਰ ਸਗਲ ਸ੍ਰਿਸ਼ਟ ਇੱਕ ਵਰਣ ਹੋਈ, ਔਰ ਸਾਰੀ ਸ੍ਰਿਸ਼ਟੀ ਗੁਰੂ ਸਾਹਿਬ ਕਹਿੰਦੇ ਨੇ ਵੀ ਧਰਮ ਦੇ ਨਾਂ ਤੇ ਅਧਰਮ ਪਈ ਕਰਦੀ ਹੈ। ਸਗਲ ਸ੍ਰਿਸ਼ਟੀ ਇੱਕ ਵਰਣ ਹੋਈ, ਧਰਮ ਕੀ ਗਤ ਰਹੀ। ਧਰਮ ਇੱਕ ਪਾਸੇ ਰਹਿ ਰਿਹਾ ਹੈ, ਔਰ ਜਿਹਨੂੰ ਆਪਾਂ ਕਈ ਜਗ੍ਹਾ ਸੁਣਦੇ ਹਾਂ ਕਿ ਸੱਚ ਕਿਨਾਰੇ ਰਹਿ ਗਿਆ, ਜਾਂ ਇੱਕ ਹੋਰ ਇਸ ਤਰ੍ਹਾਂ ਦੀ ਤੁਕਾਂ ਦੀ ਗੁਰਬਾਣੀ ਦੇ ਵਿੱਚ ਵੀ ਆਉਂਦੀ ਹੈ ਕਿ ਉਹ ਜਿਹੜਾ ਹੈ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ, ਛਾੜੇ ਦੋ ਪੰਡਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਛੂ ਨਾ ਲਿਆ। ਉਹ ਇਹਨਾਂ ਧਰਮਾਂ ਦੀ ਗੱਲ ਕਰਦੇ ਨੇ ਜਿਹੜਾ ਕਿ ਮਨ ਕਠੋਰ ਵਾਲੀ ਹੈ, ਔਰ ਜਿਹੜਾ ਗੁਰੂ ਸਾਹਿਬ ਉਹ ਗੱਲ ਕਰਦੇ ਨੇ ਤੌਲ ਧਰਮ ਦਇਆ ਕਾ ਪੂਤ ਦੀ ਜੀ। ਹਾਂਜੀ ਜੀ ਬਹੁਤ हुआ जी। हाँ जी, मन कठोर दूजे पाए लागा, परमे पूला फिरे अभागा। मन कठोर क्यों है? हुण इस मन दी दूसरे मन की गल कर रहे हैं कि भाई वो जरा मन जरा कठोर हैगा, कठोर दा अर्थ है कि जरा मैला है, दैट विच इज स्टबन, अज्ञानता विच है। क्यों? क्योंकि वो दूजे पाओ ईगो हौमे दे विच पूरी तरह भिज्जिया होया है, इस करके वो जरा दूजे पाओ दे विच मन जरा बतीत कर रहा है वो कठोर हो गया है, वो मैला हो गया है, वो अज्ञानता दे विच हैगा, इट्स वेरी स्टबन। परमे पूला फिरे अभागा, क्योंकि वो मन जरा हैगा दूजे पाओ दे विच रिचुअल्स दे विच परमा दे विच भटक रहा है, एंड इट इज वेरी अनलकी, वो अभागा है। कर्म होवे तां सतगुर सेवे। कर्म मीन्स किरपा। हुण किरपा की चीज है? कोई वखरी चीज है? जदों वो मन उस सिक्ख्या नूं लै लैंदा है, उहदे गुणां नूं लै लैंदा है, अंडरस्टैंड्स द कंसैप्ट और भिज जांदा है, यही किरपा है। और फिर वही किरपा वही सिक्ख्या दे नाल वो सतगुर दी सेवा किच करदा है, गेट्स इन ट्यून, ही एक्सपीरियंसेस एक्सपेरिमेंट्स इन ट्यून्ड हो जांदा है और सहजे ही सुख पाइंदा। क्योंकि जदों उसदे मन दे अंदर सारी उसदी सिक्ख्या उसदे गुणां दे नाल भिज गया है, दिस इक्वल्स टू सुख, दिस इक्वल्स टू द हैप्पीनेस, जो उसदे नाल मिलन दे नाल ही उसनूं मिल जांदा है। हाँ जी जी भूपिंदर ਵੀਰ जी आए हैं। हाँ जी,
ਤੁਹਾਡਾ ਅੱਜ 10ਵਾਂ ਪਦਾ ਚੱਲ ਰਿਹਾ ਹੈ। 9ਵਾਂ ਪਦਾ ਤੁਸੀਂ ਕਰ ਚੁੱਕੇ ਹੋ, ਪਰ 9ਵੇਂ ਪਦੇ ਚ जी भी जी 9वें और 10वें ਦੀ ਵਿਚਾਰ ਦਿਓ ਆਪ ਜੀ। 9ਵੇਂ ਵਿੱਚ ਨਾ ਇੱਕ ਬੜਾ ਕੀਮਤੀ ਪੁਆਇੰਟ ਆਇਆ ਵਿਧਾਤਾ, ਔਰ ਉਸ ਤੋਂ ਅਗਲੇ ਪੁਆਇੰਟ ਆਇਆ ਪੂਰੇ ਭਾਗ। ਸੋ ਇਹ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਰੱਬ ਵਿਧਾਤਾ ਹੈ। ਹੁਣ ਇਹ ਜਿਹੜੀ ਲੜੀ ਚੱਲ ਰਹੀ ਹੈ ਉਸ ਮਨ ਬਾਰੇ ਚੱਲ ਰਹੀ ਹੈ, ਜਿਹੜਾ ਮਨ ਸਤਿਗੁਰ ਦੀ ਮੱਤ ਲੈ ਕੇ ਵਿਧਾਤਾ ਬਣ ਗਿਆ ਹੈ। ਜਿਹੜਾ ਕਨਸੈਪਟ ਨਾ ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਉਹਨੂੰ ਕਹਿੰਦੇ ਨੇ ਕਿ ਉਹ ਅਸੀਂ ਆਪਣੀ ਕਿਸਮਤ ਆਪ ਲਿਖਦੇ ਹਾਂ। ਵਿਧਾਤਾ ਲਫ਼ਜ਼ ਦੇ ਮੀਨਿੰਗ ਨੇ, ਵਿਧਾਤਾ ਮੀਨਸ ਜੋ ਸਾਡੀ ਕਿਸਮਤ ਲਿਖਦਾ ਹੈ। ਹੁਣ ਇੱਥੇ ਹੈ ਜਿਨ ਤੂੰ ਜਾਤਾ ਕਰਮ ਵਿਧਾਤਾ, ਜਿਸ ਨੇ ਤੈਨੂੰ ਪਛਾਣ ਲਿਆ, ਰੱਬ ਨੂੰ ਪਛਾਣ ਲਿਆ, ਉਹ ਹੁਣ ਮਨ ਆਪ ਉੱਥੇ ਤੂੰ ਚ ਮਰਜ ਹੋ ਚੁੱਕਿਆ, ਉਹ ਤੂੰ ਬਣ ਗਿਆ। ਉਸਨੇ ਸਤਿਗੁਰ ਦੀ ਮੱਤ ਲੈ ਲਈ ਔਰ ਸਤਿਗੁਰ ਦੀ ਮੱਤ ਦਾ ਕਰਮ ਫਲਸਫਾ ਲੈ ਲਿਆ। ਹੁਣ ਉਸ ਮੁਤਾਬਕ, ਉਸ ਨਿਯਮ ਅਨੁਸਾਰ ਉਹ ਵਿਧਾਤਾ ਬਣਦਾ ਹੈ ਆਪਣੀ ਸ੍ਰਿਸ਼ਟੀ ਦਾ, ਆਪਣੀ ਸਾਰੀ ਸ੍ਰਿਸ਼ਟੀ ਦਾ। ਉਹ ਲਿਖਦਾ ਹੈ ਆਪਣੀ ਕਿਸਮਤ, ਆਪਣਾ ਲਿਖਾ। ਉਹਨੂੰ ਕਹਿੰਦੇ ਨੇ ਵੀ ਰਾਈਟ ਆਵਰ ਓਨ ਡੈਸਟੀਨੀ। ਤੇ ਜਦੋਂ ਸਤਿਗੁਰ ਦੀ ਮੱਤ ਅਨੁਸਾਰ ਆਪਣੇ ਉਹ ਲਿਖਦਾ ਹੈ ਡੈਸਟੀਨੀ ਨੂੰ, ਤਾਂ ਉਹਨੂੰ ਪੂਰੇ ਭਾਗ, ਚੰਗੇਰੇ ਭਾਗ ਕਹਿੰਦੇ ਹਨ, ਵੱਡ ਭਾਗ ਕਹਿੰਦੇ ਹਨ। ਕਿਸ ਤਰ੍ਹਾਂ ਉਹਨੇ ਲਿਖੇ ਪੂਰੇ ਭਾਗ, ਗੁਰ ਸ਼ਬਦ ਪਛਾਤਾ। ਉਹਨੇ ਆਪਣੀ ਕਿਸਮਤ ਲਿਖੀ, ਭਾਗ ਬਣਾਏ ਸਤਿਗੁਰ ਦੇ ਸ਼ਬਦ ਦੀ ਪਛਾਣ ਕਰਕੇ ਅਕੋਰਡਿੰਗਲੀ। ਜਤ ਪਤ ਸੱਚ ਸੱਚਾ, ਸਤ ਸੋਈ ਹਉਮੈ ਮਾਰ ਮਿਲਾਇਦਾ। ਇਹ ਸਾਰੇ ਜਿਹੜੇ ਲਫ਼ਜ਼ ਨੇ, ਇਹ ਸਾਰਿਆਂ ਨੂੰ ਉਹ ਪ੍ਰਾਪਤ ਕਰਦਾ ਹੈ, ਆਪ ਸੱਚਾ ਹੋ ਜਾਂਦਾ ਹੈ, ਆਪਣੀ ਈਗੋ ਹਉਮੈ ਨੂੰ ਮਾਰ ਚੁੱਕਾ ਹੈ। ਤਾਂ ਹੀ ਉਹ ਨਿਜ ਘਰ ਅੰਦਰ ਵਸ ਸਕਿਆ। ਆਪਣਾ ਜਿਹੜਾ ਉਹਦਾ ਕਰਮ ਸੀ, ਆਪਣੇ ਕਰਮ ਕੀ ਗਤ, ਉਹ ਵਾਲਾ ਆਪਣਾ ਕਰਮ, ਕਰਮ ਮਤਲਬ ਵਿਚਾਰਧਾਰਾ, ਕਰਮ ਮਤਲਬ ਫਲਸਫਾ, ਆਪਣਾ ਸੋਚਣੀ ਦਾ ਢੰਗ, ਆਪਣਾ ਪੈਰਾਡਿਮ ਉਹਨੇ ਛੋੜ ਦਿੱਤਾ। ਸਤਿਗੁਰ ਦੀ ਮੱਤ ਦਾ ਕਰਮ ਲੈ ਲਿਆ ਔਰ ਉਸੇ ਦੀ ਵਿਜ਼ਡਮ ਅਨੁਸਾਰ ਆਪਣੇ ਆਪ ਨੂੰ, ਆਪਣੀ ਹਉਮੈ ਨੂੰ ਮਾਰ ਕੇ, ਮਾਨੋ ਆਪਣੀ ਸੋਚਣੀ ਨੂੰ ਛੱਡ ਕੇ ਸਾਰਿਆਂ ਨੂੰ ਟਿਊਨਡ ਕਰਦਾ ਹੈ, ਅੰਗਾਂ ਨੂੰ, ਸਾਰੀ ਸ੍ਰਿਸ਼ਟੀ ਨੂੰ, ਜੀ ਜਨਤਾ ਨੂੰ ਵਿਜ਼ਡਮ ਦੇ ਨਾਲ। ਪਰ ਜਿਹੜਾ ਆਪਣਾ ਲੇਖਾ ਇੰਜ ਲਿਖਦਾ ਹੈ ਕਿ ਜਿਵੇਂ ਪੱਥਰ ਹੁੰਦਾ ਹੈ, ਤਾਂ ਪੱਥਰ ਦਾ ਕਨਸੈਪਟ ਅਸੀਂ ਗੁਰਮਤਿ ਚੋਂ ਸਮਝਾਂਗੇ, ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਸੋ ਜੇ ਮੈਂ ਸਤਿਗੁਰ ਦੀ ਗੱਲ ਸੁਣਦਾ ਹੀ ਨਹੀਂ ਹਾਂ ਤਾਂ ਮੈਂ ਪੱਥਰ ਹਾਂ, ਔਰ ਮੈਂ ਇੱਕ ਇੱਕ ਪਲ ਜਿਹੜਾ ਪੱਥਰ ਵਾਲਾ ਜੀਵਨ ਜੀ ਰਿਹਾ, ਉਹਨੂੰ ਕਹਿੰਦੇ ਨੇ ਮੇਰੇ ਇਸੇ ਜੀਵਨ ਵਿੱਚ ਕਈ ਜਨਮ ਸੈਲ ਗਿਰ ਕਰਿਆ। ਮੈਂ ਕਿਤਨੇ ਪਲ, ਕਿਤਨੇ ਦਿਨ, ਭਾਵ ਕਿਤਨੇ ਯੁੱਗ, ਭਾਵ ਅਨਲਿਮਿਟਿਡ ਟਾਈਮ ਤੱਕ ਮੈਂ ਪੱਥਰ ਵਾਲਾ ਹੀ ਜੀਵਨ ਜੀਂਦਾ ਰਿਹਾ। ਮੈਨੂੰ ਸਤਿਗੁਰ ਦੀ ਗੱਲ ਪਸੰਦ ਹੀ ਨਹੀਂ ਸੀ। ਜਿਨਕੇ ਚਿੱਤ ਕਠੋਰ ਹੈ ਸੇ ਬਹਿਨਾ ਸਤਿਗੁਰ ਪਾਸ। ਪਸੰਦ ਕਿਉਂ ਨਹੀਂ ਹੈ? ਉੱਥੇ ਸੱਚ ਵਰਤਦਾ, ਕੁੜਿਆਰਾ ਚਿੱਤ ਉਦਾਸ। ਜਿਉਂ ਹੀ ਸੱਚ ਦੀ ਗੱਲ ਕੀਤੀ ਜਾਂਦੀ ਹੈ, ਮੇਰਾ ਮਨ ਉਦਾਸ ਹੋ ਜਾਂਦਾ ਹੈ, ਕਿਉਂਕਿ ਮੈਂ ਕਿਸੇ ਵੀ ਸ਼ਬਦ ਨੂੰ ਆਪਣੇ ਦਾ ਤਾਂ ਅਪਲਾਈ ਕਰਨਾ ਹੀ ਨਹੀਂ ਚਾਹੁੰਦਾ। ਮੈਂ ਤੇ ਲੋਕਾਂ ਤੇ ਅਪਲਾਈ ਕਰਕੇ ਲੋਕਾਂ ਨੂੰ ਸੁਣਾਉਣਾ ਚਾਹੁੰਦਾ। ਹਰ ਸ਼ਬਦ ਆਪਣੇ ਤੇ ਅਪਲਾਈ ਕਰਦੇ ਆ ਨਾ, ਤਾਂ ਸਾਡਾ ਮਨ ਕੋਮਲ ਹੁੰਦਾ ਜਾਂਦਾ ਹੈ। ਮਨ ਸਤਿਗੁਰ ਦਾ ਤੀਰ ਖਾਣ ਵਾਸਤੇ ਪ੍ਰਿਪੇਅਰ ਹੋ ਜਾਂਦਾ ਹੈ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਂਧ, ਜੋ ਇੱਕ ਲਾਗਤ ਹੀ ਭੋਏ ਗਿਰ ਪਰਿਆ। ਹਉਮੈ ਛੱਡ ਦਿੱਤੀ, ਤੁਹਾਡਾ ਤੀਰ ਵੱਜ ਗਿਆ। ਮੈਂ ਆਪਣੇ ਪੱਥਰ ਦਿਲ ਨੂੰ ਮੋਮ ਬਣਾਇਆ। ਤੁਸੀਂ ਮੈਨੂੰ ਮੋਲਡ ਕਰੋ, ਤੁਸੀਂ ਮੈਨੂੰ ਸ਼ੇਪ ਦਿਓ, ਤੁਸੀਂ ਮੇਰੀ ਸੁਰਤ ਮਤ ਬੁੱਧ ਨੂੰ ਘੜ ਦਿਓ, ਮੈਂ ਤੁਹਾਡੀ ਟਕਸਾਲ ਵਿੱਚ ਆ ਗਿਆ। ਸੋ ਜਿਨ੍ਹਾਂ ਦਾ ਸਾਡੇ ਚੋਂ, ਸਾਡਾ ਮਨ ਹੀ ਕਠੋਰ ਹੁੰਦਾ ਹੈ, ਔਰ ਕਠੋਰ ਮਨ ਦੀ ਹੀ ਟਰਾਂਸਫਾਰਮੇਸ਼ਨ ਹੁੰਦੀ ਹੈ। ਅਸੀਂ ਉਹਨੂੰ ਆਪਣੇ ਤੇ ਹੀ ਟੁਕਾਵਾਂਗੇ। ਜਦੋਂ ਮੇਰਾ ਮਨ ਕਠੋਰ ਹੁੰਦਾ ਹੈ ਤਾਂ ਉਹ ਸਤਿਗੁਰ ਦੀ ਗੱਲ ਨਹੀਂ ਸੁਣ ਰਿਹਾ, ਉੱਥੇ ਸੱਚ ਵਰਤਦਾ, ਕੁੜਿਆਰਾ ਚਿੱਤ ਉਦਾਸ। ਕੋਈ ਵਲ ਛਲ ਕਰ ਚੱਤ ਕੱਟਦੇ, ਫਿਰ ਜਾਏ ਬਹਿ ਕੁੜਿਆਰਾ ਪਾਸ। ਇਹ ਸਾਰਾ ਕਨਸੈਪਟ ਕਠੋਰ ਪੱਥਰ ਮੰਨਦਾ ਹੈ। ਤਾਂ ਮੈਂ ਕਰੂਅਲ ਵੀ ਹੋ ਜਾਵਾਂਗਾ, ਬਾਰਬਰਿਕ ਐਕਸ਼ਨ ਵੀ ਕਰਾਂਗਾ, ਭੈੜੇ ਬੋਲ ਵੀ ਬੋਲਾਂਗਾ। ਕਦੋਂ? ਜਦੋਂ ਮੈਂ ਦੂਜੇ ਪਾਏ ਲੱਗਾ ਹਾਂ। ਦੂਜਾ ਪਾਏ ਕੀ ਹੈ? ਜਮ ਕੀ ਮਤ, ਵਾਈਸਿਸ ਵਾਲੀ ਸੋਚ। ਭਰਮੇ ਭੂਲਾ ਫਿਰੇ ਅਭਾਗਾ।
ਉਤਲੇ ਪਦ ਦੇ ਵਿੱਚ ਉਹਨੇ ਭਾਗ ਬਣਾਏ ਸੀ, ਸਤਿਗੁਰ ਦੀ ਮੱਤ ਲੈ ਕੇ ਆਪਣੀ ਸ੍ਰਿਸ਼ਟੀ ਦਾ ਵਿਧਾਤਾ ਬਣਿਆ ਸੀ। ਇੱਥੇ ਉਹ ਅਭਾਗਾ ਹੋ ਗਿਆ। ਕਿਉਂ? ਕਿਉਂਕਿ ਮੈਨੂੰ ਇਹ ਕਨਸੈਪਟ ਕੰਟਰਾਸਟ ਵਿੱਚ ਸਮਝਾਏ ਜਾ ਰਹੇ ਨੇ ਕਿ ਮਨ ਅਭਾਗਾ ਕਦੋਂ ਹੋ ਜਾਂਦਾ ਹੈ? ਜਦੋਂ ਦੂਜੇ ਭਾਈ ਲੱਗਦਾ ਹੈ ਜਮ ਕੀ ਮੱਤ ਦੇ ਨਾਲ ਭਰਮਦਾ ਰਹਿੰਦਾ, ਭਟਕਦਾ ਰਹਿੰਦਾ ਹੈ। ਬਟ ਕਰਮ ਹੋਵੇ ਜੇ ਸਤਿਗੁਰ ਦੀ ਮੱਤ ਵਾਲਾ ਫਲਸਫਾ ਮਨ ਇਹ ਲੈ ਲਵੇ ਤਾਂ ਸਤਿਗੁਰ ਸੇਵੇ। ਆਪ ਵੀ ਸਤਿਗੁਰ ਨਾਲ ਮਰ ਜਾਓ ਕਿ ਉਹਨੂੰ ਫੋਲੋ ਕਰਦਾ ਹੈ, ਸਹਿਜੇ ਹੀ ਸੁਖ ਪਾਇੰਦਾ, ਆਪ ਵੀ ਸੁਖੀ ਹੋ ਜਾਂਦਾ ਹੈ, ਸਾਰੀ ਸ੍ਰਿਸ਼ਟੀ ਵੀ ਸੁਖੀ ਹੋ ਜਾਂਦੀ ਹੈ। ਵਰਨਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹੋ ਜਾਂਦਾ ਹੈ। ਇਹੀ ਰਾਜਾ, ਇਹੀ ਸਾਰੀ ਸ੍ਰਿਸ਼ਟੀ ਦਾ। ਸੋ ਅਸੀਂ ਜਦੋਂ ਸ੍ਰਿਸ਼ਟੀ ਦੀ ਗੱਲ ਵੀ ਕਰਦੇ ਹਾਂ ਤਾਂ ਆਪਣੀ ਅੰਦਰ ਦੀ ਸ੍ਰਿਸ਼ਟੀ ਵਾਲੇ ਰਾਜੇ ਦੀ ਗੱਲ ਕਰਾਂਗੇ। ਬਾਹਰਲੀ ਸ੍ਰਿਸ਼ਟੀ ਵਾਲਾ ਰਾਜਾ ਕਦੀ ਦੁਖੀ ਨਹੀਂ ਹੁੰਦਾ ਹੈ। ਸੋ ਜੇ ਸੁਖੀ ਹਾਂ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਦੇ ਬਦਲੇ ਮਾਈ ਮੇਰੇ ਮਨ ਕੋ ਸੁਖ ਪ੍ਰਾਪਤ ਕਰਦੇ ਹਾਂ। ਹਾਂਜੀ ਜੀ ਤੇਜੀ ਜੀ ਸੁਖਵਿੰਦਰ ਵੀਰ ਜੀ। ਹਾਂਜੀ ਵੀਰ ਜੀ, ਵੀਰ ਜੀ ਪਿਛਲੇ ਸ਼ਬਦ ਦੇ ਵਿੱਚ ਜਿਹੜਾ ਲਫ਼ਜ਼ ਆ ਰਿਹਾ ਨਹੀਂ ਨਾ ਕਰਮ ਨੂੰ ਹੀ, ਇੱਥੇ ਸਾਨੂੰ ਸਤਿਗੁਰੂ ਜੀ ਉਸ ਨੂੰ ਹੋਰ ਡਿਟੇਲ ਕਰ ਰਹੇ ਨੇ। ਅਸੀਂ ਗੱਲ ਕੀਤੀ ਸੀ ਅਸੀਂ ਕਰਮਾਂ ਵੱਲੋਂ ਬਿਲਕੁਲ ਆਜ਼ਾਦ ਹਾਂ। ਅਸੀਂ ਕੀ ਪਸੰਦ ਕਰਦੇ ਹਾਂ, ਅਸੀਂ ਆਜ਼ਾਦ ਹਾਂ। ਕਿਹੜੇ ਕਰਮ ਕਰਦੇ ਹਾਂ, ਆਜ਼ਾਦ ਹਾਂ, ਲੇਕਿਨ ਉਹਦੇ ਫਲ ਵੱਲੋਂ ਆਜ਼ਾਦ ਨਹੀਂ। ਬੀਜੈ ਬਿਖ ਕਰਾਂਗੇ ਬਿਖ ਮਿਲੇਗਾ, ਬੀਜੈ ਅੰਮ੍ਰਿਤ ਕਰਾਂਗੇ ਤਾਂ ਅੰਮ੍ਰਿਤ ਵੀ ਮਿਲੇਗਾ, ਜ਼ਰੂਰ ਮਿਲੇਗਾ। ਹੁਣ ਇੱਥੇ ਮਨ ਨੇ ਕੰਮ ਕੀ ਕੀਤਾ, ਅਸੀਂ ਕੀ ਕਰਦੇ ਹਾਂ? ਪਿਛਲੇ ਸ਼ਬਦ ਵਿੱਚ ਆ ਰਿਹਾ ਸੀ ਪੂਰਾ ਭਾਗ, ਗੁਰੂ ਦੇ ਸ਼ਬਦ ਨੂੰ ਪਛਾਤਾ, ਗੁਰੂ ਦੀ ਸ਼ਰਨ ਵਿੱਚ ਗਏ ਤਾਂ ਸਾਡੇ ਭਾਗ ਪੂਰੇ। ਇਹ ਅਸੀਂ ਖੁਦ ਬਣਾ ਲਏ, ਇਹ ਡੈਫੀਨੇਸ਼ਨ ਹੈ। ਕਹਿੰਦੇ ਪੂਰੇ ਭਾਗ ਗੁਰ ਸ਼ਬਦ ਪਛਾਤਾ, ਗੁਰੂ ਦੀ ਸ਼ਬਦ ਜਾ ਕੇ ਸੱਚ ਨੂੰ ਪਛਾਣ ਲਓ, ਕਹਿੰਦੇ ਇਹ ਪੂਰੇ ਭਾਗ ਦੀ ਨਿਸ਼ਾਨੀ। ਦੂਜੇ ਪਾਸੇ ਕਹਿੰਦੇ ਅਭਾਗਿਆਂ ਦੀ ਕੀ ਨਿਸ਼ਾਨੀ ਹੈ? ਕਹਿੰਦੇ ਉਹ ਦੂਜਾ ਭਾਈ ਲਾਗਾ। ਜਦੋਂ ਅਸੀਂ ਦੂਜੇ ਭਾਵ ਨੂੰ ਪਸੰਦ ਕਰ ਲੈਂਦੇ ਆ, ਇਹਨੂੰ ਕਹਿੰਦੇ ਨੇ ਲੇਖਾ ਲਿਖੀ ਹੈ ਮਨ ਕਹਿ ਭਾਏ। ਤੁਹਾਡਾ ਇੱਕ ਲੇਖਾ ਲਿਖਿਆ ਜਾਂਦਾ। ਕਿਹੜਾ ਲੇਖਾ ਲਿਖਿਆ ਜਾਂਦਾ? ਕਿ ਬਸ ਇਹ ਭਰਮਦਾ ਰਹੇਗਾ, ਭੁੱਲਦਾ ਰਹੇਗਾ, ਇਹਦਾ ਮਨ ਕਠੋਰ ਰਹੇਗਾ, ਇਹਦੇ ਅੰਦਰ ਸ਼ਾਂਤੀ ਨਹੀਂ ਹੋਏਗੀ, ਇਹਦਾ ਮਨ ਕੋਮਲ ਨਹੀਂ ਹੋਏਗਾ, ਇਹਦਾ ਮਨ ਨਿਰਮਲ ਨਹੀਂ ਹੋਏਗਾ। ਮਨ ਕਠੋਰ ਸਤਿਗੁਰੂ ਜੀ ਰੱਬ ਜੀ ਨਹੀਂ ਬਣਾਉਂਦੇ। ਇਹ ਦੂਜੇ ਪਾਏ ਲਾਗਾ ਦਾ ਫਲ ਹੈ। ਸਾਨੂੰ ਡਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬਹੁਤ ਧਿਆਨ ਨਾਲ, ਸਾਨੂੰ ਪਲ ਪਲ ਆਪਣੇ ਵਿਚਾਰਾਂ ਨੂੰ ਖੋਜਣਾ ਚਾਹੀਦਾ ਹੈ, ਵਿਚਾਰਾਂ ਨੂੰ ਦੇਖਣਾ ਚਾਹੀਦਾ ਹੈ ਕਿ ਕਿਤੇ ਅਸੀਂ ਸਤਿਗੁਰੂ ਜੀ ਦੇ ਵਿਚਾਰਾਂ ਤੋਂ ਉਲਟ ਕਿਸੇ ਵਿਚਾਰ ਨੂੰ ਆਧਾਰ ਬਣਾ ਕੇ ਜੀਵਨ ਤਾਂ ਨਹੀਂ ਜੀਤ ਰਹੇ। ਕਿਉਂਕਿ ਉਹ ਵਿਚਾਰ ਧਾਰਨ ਕਰਨ ਵੱਲੋਂ ਅਸੀਂ ਆਜ਼ਾਦ ਹਾਂ, ਲੇਕਿਨ ਉਹਦਾ ਫਿਰ ਜਿਹੜਾ ਫਲ ਮਿਲੇਗਾ ਨਾ ਉਸ ਵੱਲੋਂ ਆਜ਼ਾਦ ਨਹੀਂ ਹੈ। ਅਗਰ ਅਸੀਂ ਮਨ ਤੋਂ ਕਠੋਰ ਹਾਂ, ਕਠੋਰ ਨੂੰ ਹੀ ਪੱਥਰ ਕਿਹਾ ਜਾਂਦਾ ਵੀ ਪੱਥਰ ਨਾ ਤਾਂ ਹਿੱਲਦਾ ਹੈ ਤੇ ਨਾ ਪੱਥਰ ਦੇ ਅੰਦਰ ਕੋਈ, ਹੁਣ ਕਿਸੇ ਚੀਜ਼ ਦਾ ਪਾਣੀ ਜਿਹੜਾ ਹੁੰਦਾ ਨਾ ਉਹਦੇ ਤੇ ਅਸਰ ਵੀ ਨਹੀਂ ਕਰਦਾ, ਪੱਥਰ ਭਿੱਜਦਾ ਨਹੀਂ। ਔਰ ਗੁਰਬਾਣੀ ਪੱਥਰ ਹੋਰ ਵੀ ਕਹਿੰਦੇ ਪੱਥਰ ਕਹਿੰਦੇ ਕਿਹਨੂੰ ਆ? ਉਹਦੀ ਪੱਥਰ ਦੀ ਡੈਫੀਨੇਸ਼ਨ ਵੀ ਗੁਰਬਾਣੀ ਵਿੱਚ ਸਾਨੂੰ ਦੱਸੇ। ਕਹਿੰਦੇ ਨੇ ਪਾਪ ਪੱਥਰ ਤਰਨ ਨਾ ਜਾਈ, ਪਾਪਾਂ ਨੂੰ ਪੱਥਰ ਕਿਹਾ ਜਾਂਦਾ। ਕਹਿੰਦੇ ਤੂੰ ਇਸ ਤਰ੍ਹਾਂ ਨਾ ਤੂੰ ਤਰ ਨਹੀਂ ਸਕੇਗਾ, ਆਪ ਨਹੀਂ ਤਰੇਗਾ ਤਾਂ ਦੂਜਿਆਂ ਨੂੰ ਵੀ ਨਹੀਂ ਤਾਰ ਸਕੇਗਾ। ਕਹਿੰਦਾ ਤੇਰਾ ਜਿਹੜਾ ਮਨ ਨੇ ਨਾ ਇਹ ਪੱਥਰ ਵਾਂਗ ਕਠੋਰ ਬਣ ਗਿਆ ਹੈ। ਪਰ ਬਣਿਆ ਕਿਸ ਕਰਕੇ? ਤੂੰ ਇੱਕ ਕਰਮ ਗਲਤ ਕਰ ਦਿੱਤਾ। ਉਹ ਕਰਮ ਕੀ ਗਲਤ ਕਰਤਾ? ਤੂੰ ਦੂਜੇ ਪਾਏ ਲੱਗ ਗਿਆ। ਬਸ ਤੂੰ ਖਸਮ ਛੋੜ ਦੂਜਾ ਲੱਗੇ ਕੀਤਾ, ਡੁੱਬਿਆ। ਇਹ ਤੇਰਾ ਪਾਪ ਵਾਲਾ ਪੱਥਰ ਇਤਨਾ ਭਾਰੀ ਹੈ, ਤੈਨੂੰ ਲੈ ਜਾਏਗਾ ਪਾਣੀ 'ਚ, ਤੈਨੂੰ ਡੋਬ ਜਾਏਗਾ, ਤੂੰ ਤਰੇਗਾ ਨਹੀਂ। ਦੂਜੇ ਪਾਏ ਅਸੀਂ ਲੱਗ ਜਾਂਦੇ ਹਾਂ। ਭਾਵ ਜਦੋਂ ਅਸੀਂ ਦੂਜੀ ਵਿਚਾਰਧਾਰਾ ਨੂੰ ਮੰਨ ਲੈਂਦੇ ਹਾਂ, ਦੂਜੀ ਵਿਚਾਰਧਾਰਾ 'ਚ ਜੀਂਦੇ ਹਾਂ, ਤਾਂ ਹੀ ਸਾਡਾ ਮਨ ਕਠੋਰ ਹੁੰਦਾ, ਅਸੀਂ ਦੁੱਖਾਂ ਵਿੱਚ ਜੀਂਦੇ। ਇਸੇ ਨੂੰ ਕਹਿੰਦੇ ਨੇ ਭਰਮੇ ਭੂਲਾ ਦਹਿ ਦਿਸਤਾਵੈ, ਜਿਹਨੂੰ ਇਹ ਕਹਿੰਦੇ ਭਰਮੇ ਭੂਲਾ ਫਿਰੈ ਅਭਾਗਾ। ਉਹ ਸਾਡੇ ਮਨ ਨੂੰ ਆਖ ਰਹੇ ਨੇ। ਉੱਪਰ ਜਿਸ ਨੂੰ ਕਰਮ ਵਿਧਾਤਾ ਆਖ ਰਹੇ ਸੀ ਨਾ, ਥੱਲੇ ਦੱਸ ਦਿੱਤਾ ਉਹ ਕਰਮ ਵਿਧਾਤਾ ਕੌਣ ਹੈ? ਕਹਿੰਦੇ ਮਨ। ਜਦੋਂ ਮਨ ਦੂਜੇ ਪਾਏ 'ਚ ਲੱਗਦਾ ਹੈ ਤਾਂ ਇਹਦਾ ਕਿਹੜਾ ਕੀ ਕਹਿਣਾ ਲੇਖ ਲਿਖਿਆ ਜਾਂਦਾ ਹੈ ਕਿ ਇਹ ਮਨ ਕਠੋਰ ਰਹੇਗਾ। ਇਹ ਭਰਮਾਂ ਵਿੱਚ ਲੱਗਿਆ ਹੈ। ਦੂਜਾ ਪਾਏ ਭਰਮ ਨੂੰ ਕਹਿੰਦੇ ਨੇ। ਦੂਜੀ ਵਿਚਾਰਧਾਰਾ ਦੇ ਭਰਮ ਦੇ ਵਿੱਚ ਇਹ ਜੀ ਰਿਹਾ ਹੈ, ਬਸ ਕਹਿੰਦੇ ਉਹਦੇ ਵਿੱਚ ਹੀ ਭੁੱਲਦਾ ਰਹੇਗਾ। ਇੱਕ ਵਿਧਾਤਾ ਨੂੰ ਐਕਸਪਲੇਨ ਕੀਤਾ ਜਾ ਰਿਹਾ। ਦੂਜੇ ਪਾਏ ਵਿੱਚ ਲੱਗਿਆ, ਅਸੀਂ ਉਹ ਕਰਮ ਕੀਤਾ, ਦੂਜੀ ਵਿਚਾਰਧਾਰਾ ਨੂੰ ਅਪਣਾ ਕੇ ਉਹਦੇ ਅਕੋਰਡਿੰਗ ਕਰਮ ਕੀਤਾ। ਕਹਿੰਦੇ ਨੇ ਲੇਖ ਕੀ ਲਿਖਿਆ ਜਾਏਗਾ? ਉਹ ਦੂਜੇ ਪਾਏ ਦੇ ਵਿੱਚ ਹੀ ਇਹਦਾ ਜਨਮ ਨਿਕਲ ਜਾਏਗਾ। ਉਹਦੇ ਨਾਲ ਮਨ ਨਿਰਮਲ ਨਹੀਂ ਹੋਏਗਾ, ਕਠੋਰ ਬਣਿਆ ਰਹੇਗਾ।
ਇਹਦਾ ਮਨ ਮਾਇਆ ਮੋਹ ਵਿੱਚ ਮਨੂਰ ਵਾਂਗ ਸੋ ਹੋਏਗਾ। ਬਹੁਤ ਜ਼ਿਆਦਾ ਕਿਸੇ ਤਰੀਕੇ ਨਾਲ ਵੀ ਇਹ ਠੀਕ ਨਹੀਂ ਹੋ ਪਾਏਗਾ। ਆਪਣੇ ਆਪ ਫਿਰ ਹੁਣ ਇਹ ਕਿਸੇ ਤਰੀਕੇ ਨਾਲ ਨਹੀਂ ਹੋ ਜਾਏਗਾ। ਉਹਨੂੰ ਕਹਿੰਦੇ ਨੇ ਨਾਨਕ ਨਾਵੈ ਬਾਜ ਸਨਾਤ, ਉੱਪਰ ਕਹਿ ਰਹੇ ਸੀ ਜ਼ਾਤ ਪਤ ਸੱਚ, ਕਹਿੰਦੇ ਨੇ ਇਹ ਅਭਾਗਾ ਹੋ ਗਿਆ। ਕਿਉਂ? ਇਸਨੇ ਸਤਿਗੁਰੂ ਦੀ ਸ਼ਰਨ ਨਹੀਂ ਲਈ। ਜਿਨ ਹਰਿ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ। ਨਾਲ ਕਹਿੰਦੇ ਨੇ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ, ਇਹਦਾ ਤ੍ਰਿਗੰਤ ਜਨਮ ਬਣ ਜਾਏਗਾ। ਜਿਸਨੂੰ ਆਖਦੇ ਨੇ ਉਹ ਸ਼ਬਦ ਦਾ ਤ੍ਰਿਗੰਤ ਜਨਮ, ਸੂਕਰੈ ਕੁਕਰੈ, ਉਹ ਸਾਰਾ ਵਰਲ ਇਹਦੇ ਜੀਵਨ ਉਹਦੇ ਵਿੱਚ ਬਤੀਤ ਹੋਏਗਾ। ਪਰ ਕਹਿੰਦੇ ਨੇ ਇੱਥੇ ਵੀ ਆ ਕੇ ਅਸੀਂ ਆਪਣੇ ਮਨ ਨੂੰ ਸਤਿਗੁਰੂ ਦੀ ਸ਼ਰਨ ਚ ਲਿਆ ਕੇ ਅਸੀਂ ਇੱਥੇ ਵੀ ਢਾਂਦੀ ਕਲਾਂ ਚ ਨਹੀਂ ਜਾਣਾ। ਕਹਿੰਦੇ ਅਗਰ ਤੁਸੀਂ ਇਤਨਾ ਵੀ ਸਾਡਾ ਮਨ ਕਠੋਰ ਹੋ ਚੁੱਕਾ ਹੈ, ਅਸੀਂ ਭਰਮਾਂ ਵਿੱਚ ਭੁੱਲ ਕੇ ਕੀ ਕਹਿੰਦੇ ਆ ਪਛਤਾ ਵੀ ਰਹੇ ਹਾਂ, ਅਭਾਗੇ ਵੀ ਹੋ ਰਹੇ ਹਾਂ, ਤੇ ਬਹੁਤ ਪਾਪਾਂ ਦੇ ਵਿੱਚ ਪਾਪ ਪੱਤਰ ਕਰਨ ਨਾ ਜਾਏ, ਸਾਡਾ ਜੀਵਨ ਨਹੀਂ ਵਿਕਾਰਾਂ ਤੋਂ ਬਾਹਰ ਨਿਕਲ ਰਿਹਾ। ਕਹਿੰਦੇ ਫਿਰ ਵੀ ਹੌਸਲਾ ਨਹੀਂ ਛੱਡਣਾ। ਸਤਿਗੁਰੂ ਜੀ ਸਾਨੂੰ ਨਾਲ ਹੀ ਸਮਝਾ ਰਹੇ ਨੇ। ਕਹਿੰਦੇ ਤੇਰੇ ਤੇ ਵੀ ਕਰਮ ਹੋ ਸਕਦਾ ਹੈ, ਤੇਰੇ ਤੇ ਵੀ ਬਖਸ਼ਿਸ਼ ਹੋ ਸਕਦੀ ਹੈ। ਕਹਿੰਦੇ ਫਿਰ ਬਖਸ਼ਿਸ਼ ਨੂੰ ਤਾਂ ਕਹਿੰਦੇ ਫਲ ਹੈ, ਕਰਮ ਹੋਵੇ ਤਾਂ ਕਹਿੰਦੇ ਤਾਂ ਤੇਰੇ ਤੇ ਬਖਸ਼ਿਸ਼ ਦਾ ਫਲ ਤੈਨੂੰ ਪ੍ਰਾਪਤ ਹੋਏਗਾ। ਕਹਿੰਦੇ ਤੈਨੂੰ ਫਿਰ ਆਪਣਾ ਇੱਕ ਕਰਮ ਕਰਨਾ ਪਏਗਾ, ਚੇਂਜ ਕਰਨਾ ਪਏਗਾ ਤੈਨੂੰ ਆਪਣਾ ਕਰਮ। ਉਹ ਤੈਨੂੰ ਕਈ ਕਰਮ ਕੀ ਹੈ, ਪਹਿਲਾਂ ਦੂਜੇ ਪਾਏ ਤੂੰ ਲੱਗਾ ਸੀ, ਹੁਣ ਸਤਿਗੁਰੂ ਨੂੰ ਤੂੰ ਹੀ ਸੇਵ। ਦੂਜੇ ਪਾਏ ਦੀ ਵਿਚਾਰਧਾਰਾ ਨੂੰ ਛੱਡ, ਤੂੰ ਹੀ ਸਤਿਗੁਰੂ ਨੂੰ ਸੇਵ। ਪਹਿਲਾਂ ਤੂੰ ਆਪ ਦੂਜੇ ਪਾਏ 'ਚ ਲੱਗਾ ਸੀ, ਹੁਣ ਦੂਜੀ ਮੱਤ ਛੱਡ ਕੇ ਤੂੰ ਸਤਿਗੁਰੂ ਨੂੰ ਸੇਵਾ ਕਰਨੀ ਸ਼ੁਰੂ ਕਰ। ਤੈਨੂੰ ਕਹਿੰਦੇ ਫਲ ਕੀ ਪ੍ਰਾਪਤ ਹੋਏਗਾ? ਬਖਸ਼ਿਸ਼। ਕਹਿੰਦਾ ਤੇਰਾ ਮਨ ਕਠੋਰ ਤੋਂ ਨਿਰਮਲ ਹੋ ਜਾਏਗਾ। ਫਿਰ ਕਹਿੰਦੇ ਨੇ ਇਸੇ ਨੂੰ ਹੀ ਕਹਿੰਦੇ ਨੇ, ਕਹਿੰਦੇ ਬਖਸ਼ਿਸ਼ ਕੀ ਹੈ? ਕਹਿੰਦੇ ਤੇਰਾ ਮਨ ਸਹਿਜ ਵਿੱਚ ਟਿਕ ਜਾਏਗਾ, ਸਹਿਜ ਸੁਖ ਪ੍ਰਾਪਤ ਹੋਏਗਾ। ਸਹਿਜ ਕਦੋਂ ਪ੍ਰਾਪਤ ਹੁੰਦਾ ਹੈ? ਕਹਿੰਦੇ ਨੇ ਸਤਿਗੁਰਤਾ ਪਾਇਆ ਸਹਿਜ ਸੇਤੀ। ਜਦੋਂ ਅਸੀਂ ਸਤਿਗੁਰੂ ਦੀ ਮੱਤ ਲੈਂਦੇ ਹਾਂ, ਉਸ ਦੇ ਨਾਲ ਸਹਿਜ ਦੀ ਪ੍ਰਾਪਤੀ ਹੁੰਦੀ ਹੈ। ਮੱਤ ਲੈਣ ਤੋਂ ਬਿਨਾਂ, ਸਤਿਗੁਰੂ ਦੀ ਮੱਤ ਸੇਵਨ ਤੋਂ ਬਿਨਾਂ ਸਹਿਜ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰੂ ਦੀ ਮੱਤ ਆਂਦੀ ਹੀ ਸਹਿਜ ਦੇ ਨਾਲ ਹੈ। ਇਸ ਨੂੰ ਕਹਿੰਦੇ ਨੇ ਕਰਮੀ ਸਹਿਜ ਨਾ ਉਪਜੈ। ਕਿਹੜੇ ਕਰਮਾਂ ਵਾਲਾ? ਦੂਜੇ ਪਾਏ ਵਾਲੇ ਕਰਮਾਂ ਨਾਲ। ਕਰਮੀ ਸਹਿਜ ਨਾ ਉਪਜੈ। ਤੇ ਕਹਿੰਦੇ ਬਿਨ ਸਹਿਜ ਹੈ ਸਹਿਸਾ ਨਾ ਜਾਏ, ਡਰ ਨਹੀਂ ਜਾਏਗਾ, ਤੌਖਲੇ ਨਹੀਂ ਜਾਣਗੇ। ਇਹ ਜਿਹੜੇ ਭਰਮਾਂ ਵਿੱਚ ਭੁੱਲ ਕੇ ਅਸੀਂ ਪਛਤਾਉਂਦੇ ਰਹਿੰਦੇ, ਨਹੀਂ ਜਾਏਗਾ। ਫਿਰ ਕਹਿੰਦੇ ਕਿਸ ਤਰ੍ਹਾਂ ਜਾਏਗਾ? ਕਹਿੰਦੇ ਨੇ ਨਾ ਜਾਏ ਸਹਿਸਾ ਕੀਤਾ ਸੰਜਮ, ਰਹੇ ਕਰਮ ਕਮਾਏ। ਕਹਿੰਦੇ ਕਮਾਉਂਦਾ ਰਹਿ ਜਿਤਨੇ ਮਰਜ਼ੀ ਕਰਨ। ਨਾ ਜਾਏ ਸਹਿਸਾ ਕੀਤਾ ਕਰਮ, ਰਹੇ ਕਰਮ ਕਮਾਏ। ਕਹਿੰਦੇ ਸਹਿਸਾ ਜੀਓ ਮਲੀਨ ਹੈ। ਦੇਖੋ ਜੀਓ ਵੀ ਨਾ ਸਾਡੇ ਕਈ ਵਾਰ ਸ਼ਬਦਾਂ ਵਿੱਚ ਆਉਂਦਾ ਹੈ, ਜਿਵੇਂ ਆਉਂਦਾ ਨਾ ਅਸੀਂ ਜੀਓ ਵੀ ਨਾ ਰੱਬ ਜੀ ਨੂੰ ਆਖਦੇ ਆ। ਜਿਵੇਂ ਕਹਿੰਦੇ ਨਾ ਹਰ ਜੀਓ ਸਭ ਕੋ ਤੇਰਾ ਵਸ, ਹਰ ਜੀਓ ਨਿਮਾਣਿਆ ਤੂੰ ਮਾਣ। ਜੇ ਅਸੀਂ ਹਰ ਜੀਓ ਰੱਬ ਜੀ ਨੂੰ ਆਖਾਂਗੇ ਤਾਂ ਇੱਥੇ ਆਖ ਰਹੇ ਨੇ, ਕਹਿੰਦੇ ਨੇ ਸਹਿਸਾ ਜੀਓ ਮਲੀਨ ਹੈ। ਇਸਦਾ ਮਤਲਬ ਜੀਓ ਮਲੀਨ ਵੀ ਹੁੰਦਾ ਹੈ, ਜੀਓ ਮੈਲਾ ਵੀ ਹੁੰਦਾ ਹੈ। ਜੇ ਅਸੀਂ ਜੀਓ ਰੱਬ ਜੀ ਨੂੰ ਆਖਾਂਗੇ ਨਾ ਵੀ ਹਰ ਜੀਓ ਸਭ ਕੋ ਤੇਰਾ ਵਸ, ਜੇ ਅਸੀਂ ਉੱਥੇ ਇਹ ਅਰਥ ਕਰਾਂਗੇ ਨਾ ਵੀ ਇਹ ਪ੍ਰਮਾਤਮਾ ਜੀ, ਇਹ ਰੱਬ ਜੀ, ਸਾਰਾ ਕੁਝ ਤੇਰੇ ਵਸ ਹੈ, ਤਾਂ ਇਹਦਾ ਮਤਲਬ ਫਿਰ ਇਸ ਤੁਕ ਦੇ ਅਰਥ ਕਰਨੇ ਪੈਣਗੇ ਸਹਿਸਾ ਜੀਓ ਮਲੀਨ ਹੈ, ਕਿ ਰੱਬ ਜੀ ਡਰ ਵਿੱਚ ਮਲੀਨ ਵੀ ਹੁੰਦੇ ਨੇ, ਮੈਲੇ ਵੀ ਹੁੰਦੇ ਨੇ। ਜੀਓ ਰੱਬ ਜੀ ਨੂੰ ਨਹੀਂ ਆਖਿਆ ਜਾ ਰਿਹਾ ਜੀ। ਅਗਲੀ ਤੁਕ ਚ ਨਾਲ ਆਖਦੇ ਨੇ, ਕਹਿੰਦੇ ਸਹਿਸਾ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਕਹਿੰਦੇ ਨੇ ਮਨ ਤੋਂ, ਮਨ ਨੂੰ ਜੀਓ ਆਖਿਆ ਜਾਂਦਾ। ਮਨ ਮੈਲਾ ਵੀ ਹੁੰਦਾ ਦੂਜੇ ਪਾਏ ਦੇ ਕਰਮਾਂ ਕਰਕੇ। ਜੀਓ ਹਰ ਜੀਓ ਜਿੱਥੇ ਵੀ ਆਏਗਾ ਲਫ਼ਜ਼ ਨਾ, ਹਰ ਜੀਓ ਨਿਮਾਣਿਆ ਤੂੰ ਮਾਣ, ਹਰ ਜੀਓ ਸਭ ਕੋ ਤੇਰਾ ਵਸ, ਉਹ ਹਰ ਜੀਓ ਮਨ ਨੂੰ ਕਹਿ ਰਿਹਾ ਜਾਂਦਾ ਹੈ। ਜਿਹੜਾ ਮਨ ਹੁਣ ਸਹਿਸਾ ਜੀਓ ਮਲੀਨ ਹੈ, ਇਹ ਮੈਲਾ ਹੈ, ਮਨ ਮੈਲਾ, ਸਭ ਕੁਝ ਮੈਲਾ। ਇਹ ਨਿਰਮਲ ਵੀ ਹੋਏਗਾ ਜੀਓ। ਜਦੋਂ ਮਨ ਨਿਰਮਲ ਹੋ ਜਾਂਦਾ ਹੈ, ਉਦੋਂ ਇਹਨੂੰ ਕਹਿੰਦੇ ਨੇ ਹਰ ਜੀਓ ਸਭ ਕੋ ਤੇਰਾ ਵਸ, ਉਹ ਸਾਰਾ ਕੁਝ ਤੇਰੇ ਵਸ ਚ ਹੋ ਗਿਆ। ਪਹਿਲਾਂ ਨਹੀਂ ਸੀ, ਪਹਿਲਾਂ ਤਾਂ ਮਨ ਆਪ ਹੀ ਦੂਜੇ ਭਾਏ ਦੇ ਵਸ ਵਿੱਚ ਸੀ। ਇਹ ਜੀਓ ਆਪ ਹੀ ਮੈਲਾ ਸੀ। ਜੀਓ ਮਨ ਨੂੰ ਆਖਿਆ ਜਾਂਦਾ, ਸਾਡੇ ਵਿਚਾਰਾਂ ਨੂੰ ਆਖਿਆ ਜਾਂਦਾ ਹੈ। ਪਰ ਜਦੋਂ ਇਹ ਮੈਲਾ ਹੁੰਦਾ, ਇਹਨੂੰ ਕਹਿੰਦੇ ਨੇ ਸਹਿਸਾ ਜੀਓ ਮਲੀਨ ਹੈ, ਕਿਤ ਸੰਜਮ ਤੋਂ ਪਏ। ਕਹਿੰਦੇ ਮਨ ਤੋਂ ਉਹ ਸ਼ਬਦ ਲੱਗ, ਜਿਸ ਨੂੰ ਪਿੱਛੇ ਕਹਿ ਰਹੇ ਨੇ ਪੂਰਾ ਭਾਗ ਗੁਰ ਸ਼ਬਦ ਪਛਾਤਾ। ਔਰ ਇਸ ਸੰਬੰਧ ਵਿੱਚ ਉਸਨੂੰ ਕਹਿ ਰਹੇ ਨੇ ਸਤਿਗੁਰ ਸੇਵੇ। ਸਤਿਗੁਰੂ ਸਾਡਾ ਸ਼ਬਦ ਹੈ। ਕਹਿੰਦੇ ਨੇ ਮਨ ਤੋਂ ਉਹ ਸ਼ਬਦ ਲਾਗੋ, ਹਰਸਿਓ ਰੋ ਚਿਤ ਲੈ। ਕਹਿੰਦੇ ਨੇ ਗੁਰ ਪ੍ਰਸਾਦੀ ਸਹਿਜ ਉਪਜੈ। ਕਹਿੰਦੇ ਇਸ ਤਰ੍ਹਾਂ ਇਹ ਸਹਿਜ ਉਪਜਦਾ ਹੈ। ਸਤਿਗੁਰੂ ਨੂੰ ਸੇਵਾ ਕਰਦੇ ਹਾਂ, ਅਸੀਂ ਸਤਿਗੁਰੂ ਦੀ ਸੇਵਾ ਕੀਤੀ, ਸਤਿਗੁਰੂ ਦੀ ਮੱਤ ਅਸੀਂ ਲੈਣੀ ਸ਼ੁਰੂ ਕੀਤੀ, ਐਸੇ ਨੂੰ ਹੀ ਬਖਸ਼ਿਸ਼ ਫਿਰ ਫਲ ਮਿਲਦਾ ਹੈ ਗੁਰ ਪ੍ਰਸਾਦ। ਇਹੀ ਗੁਰ ਪ੍ਰਸਾਦ ਹੈ।
ਗੁਰ ਪ੍ਰਸਾਦ ਦਾ ਫਲ ਤਾਂ ਹੀ ਪ੍ਰਾਪਤ ਹੁੰਦਾ ਹੈ ਕਿ ਅਸੀਂ ਸਤਿਗੁਰੂ ਜੀ ਦੀ ਸੇਵਾ ਕਰਕੇ ਸਤਿਗੁਰੂ ਜੀ ਦੀ ਮੱਤ ਲੈਣ ਲੱਗ ਗਏ ਹਾਂ ਤੇ ਉਸ ਤੇ ਅਮਲ ਵੀ ਕਰਨ ਲੱਗ ਗਏ ਹਾਂ। ਔਰ ਮੱਤ ਦੇ ਨਾਲ ਹੀ ਸਹਿਜ